साम 25 846 पन्ना साम 25 1 ਤੋਂ 22 ਆਇਆ। ਸ਼ੁਕਰ ਤੇ ਧੰਨਵਾਦ ਕਰਦੇ ਹਾਂ ਇਸ ਮੌਕੇ ਦੇ ਲਈ ਜੋ ਇੱਕ ਵਾਰੀ ਸਾਨੂੰ ਫੇਰ ਸਾਰਿਆਂ ਨੂੰ ਮੌਕਾ ਦਿੱਤਾ। ਅਸੀਂ ਪ੍ਰਭੂ ਜੀ ਤੇਰੇ ਚਰਨਾਂ 'ਚ ਇੱਕ ਵਾਰੀ ਫੇਰ ਹਾਜ਼ਰ ਹੋਏ ਹਾਂ। ਪ੍ਰਭੂ ਜੀ ਰਲ ਕੇ ਤੇਰਾ ਵਚਨ ਸਿੱਖ ਰਹੇ ਹਾਂ। ਸਾਡੀ ਅਗਵਾਈ ਕਰਨਾ, ਆਪਣੀ ਪਵਿੱਤਰ ਆਤਮਾ ਨਾਲ ਭਰਨਾ, ਸਾਡੇ ਪਾਸਵਾਨ ਤੇ ਵੀ ਕਿਰਪਾ ਕਰਨਾ। ਇਸ ਸਾਰੇ ਸਮੇਂ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ ਔਰ ਸਾਰਾ ਕੁਝ ਤੇਰਾ ਪਵਿੱਤਰ ਯਿਸੂ ਨਾਲ ਲੈ ਕੇ ਮੰਗਦੇ ਹਾਂ। ਆਮੀਨ। ਹਾਂਜੀ। ਹੇ ਪ੍ਰਭੂ, ਮੈਂ ਆਪਣਾ ਮਨ ਤੇਰੀ ਵੱਲ ਲਾਉਂਦਾ ਹਾਂ। ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ। ਤੂੰ ਮੈਨੂੰ ਸ਼ਰਮਿੰਦਿਆ ਨਾ ਹੋਣ ਦੇ। ਤੂੰ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜੇਤੂ ਨਾ ਹੋਣ ਦੇ। ਤੂੰ ਉਹਨਾਂ ਨੂੰ ਸ਼ਰਮਿੰਦਿਆ ਨਾ ਹੋਣ ਦੇ ਜੋ ਤੇਰੇ ਉੱਤੇ ਆਪਣੀ ਉਮੀਦ ਰੱਖਦੇ ਹਨ, ਸਗੋਂ ਤੇਰੇ ਵਿਸ਼ਵਾਸਘਾਤੀ ਹੀ ਸ਼ਰਮਿੰਦੇ ਹੋਣ। ਹੇ ਪ੍ਰਭੂ, ਤੂੰ ਮੈਨੂੰ ਆਪਣੇ ਰਾਹ ਦਿਖਾ। ਤੂੰ ਮੈਨੂੰ ਉਹਨਾਂ ਉੱਤੇ ਚੱਲਣਾ ਸਿਖਾ। ਮੇਰੀ ਉਮੀਦ ਕੇਵਲ ਤੇਰੇ ਤੇ ਹੀ ਹੈ। ਤੂੰ ਮੈਨੂੰ ਆਪਣੇ ਸੱਤ ਦੀ ਜਾਣਕਾਰੀ ਦੇ ਅਤੇ ਉਸ ਦੇ ਬਾਰੇ ਸਿਖਾ। ਤੂੰ ਹੀ ਕੇਵਲ ਮੇਰਾ ਮੁਕਤੀ ਦਾਤਾ ਹੈ। ਹੇ ਪ੍ਰਭੂ, ਤੂੰ ਯਾਦ ਕਰ, ਤੂੰ ਅਨੰਤ ਕਾਲ ਤੋਂ ਦਿਆਲੂ ਅਤੇ ਤਰਸਵਾਨ ਹੈ। ਹੇ ਪ੍ਰਭੂ, ਤੂੰ ਭਲਾ ਹੈ। ਇਸ ਲਈ ਤੂੰ ਆਪਣੀ ਅਨੰਤ ਦਇਆ ਦੇ ਕਾਰਨ ਮੇਰੇ ਜਵਾਨੀ ਦੇ ਪਾਪਾਂ ਅਤੇ ਅਪਰਾਧਾਂ ਨੂੰ ਮਾਫ਼ ਕਰ। ਪ੍ਰਭੂ ਭਲਾ ਅਤੇ ਨੇਕ ਹੈ। ਉਹ ਪਾਪੀਆਂ ਨੂੰ ਆਪਣੇ ਰਾਹਾਂ ਬਾਰੇ ਸਿਖਾਉਂਦਾ ਹੈ। ਉਹ ਦੀਨਾਂ ਦੀ ਨਿਆਂ ਪਾਤੇ ਅਗਵਾਈ ਕਰਦਾ ਹੈ। ਉਹ ਉਹਨਾਂ ਨੂੰ ਆਪਣੇ ਰਾਹਾਂ ਬਾਰੇ ਸਿਖਾਉਂਦਾ ਹੈ ਜੋ ਲੋਕ ਪ੍ਰਭੂ ਦੇ ਨੇਮ ਅਤੇ ਸਾਖੀਆਂ ਅਨੁਸਾਰ ਚੱਲਦੇ ਹਨ। ਪ੍ਰਭੂ ਦੇ ਰਾਹ ਉਹਨਾਂ ਲਈ ਪਿਆਰ ਭਰੇ ਅਤੇ ਸੱਚੇ ਹਨ। ਹੇ ਪ੍ਰਭੂ, ਤੂੰ ਆਪਣੇ ਨਾਂ ਦੀ ਖਾਤਰ ਮੇਰੇ ਵੱਡੇ ਅਪਰਾਧ ਨੂੰ ਮਾਫ਼ ਕਰ। ਜੋ ਮਨੁੱਖ ਪ੍ਰਭੂ ਦਾ ਡਰ ਰੱਖਦਾ ਹੈ, ਉਸ ਨੂੰ ਪ੍ਰਭੂ ਉਸ ਰਾਹ ਬਾਰੇ ਸਿਖਾਏਗਾ ਜਿਸ ਤੇ ਉਸ ਨੂੰ ਚੱਲਣਾ ਚਾਹੀਦਾ ਹੈ। ਉਸ ਦੀ ਜਾਨ ਹਮੇਸ਼ਾ ਸੁਖੀ ਰਹੇਗੀ। ਉਸ ਦੀ ਸੰਤਾਨ ਧਰਤੀ ਦੀ ਵਾਰਿਸ ਹੋਵੇਗੀ। ਪ੍ਰਭੂ ਆਪਣੇ ਡਰਨ ਵਾਲਿਆਂ ਤੇ ਆਪਣਾ ਭੇਦ ਪ੍ਰਗਟ ਕਰਦਾ ਹੈ। ਉਹ ਉਹਨਾਂ ਨੂੰ ਆਪਣੇ ਨੇਮ ਦੀ ਜਾਣਕਾਰੀ ਦਿੰਦਾ ਹੈ। ਮੇਰੀਆਂ ਅੱਖਾਂ ਹਮੇਸ਼ਾ ਪਰਮੇਸ਼ਵਰ ਵੱਲ ਲੱਗੀਆਂ ਰਹਿੰਦੀਆਂ ਹਨ। ਉਹੀ ਮੇਰੇ ਪੈਰਾਂ ਨੂੰ ਜਾਲ ਤੋਂ ਛੁਡਾਏਗਾ। ਹੇ ਪ੍ਰਭੂ, ਤੂੰ ਮੇਰੀ ਵੱਲ ਆਪਣਾ ਧਿਆਨ ਕਰ। ਤੂੰ ਮੇਰੇ ਤੇ ਆਪਣੀ ਦਇਆ ਕਰ। ਮੈਂ ਇਕੱਲਾ ਅਤੇ ਦੁਖੀ ਹਾਂ। ਮੇਰੇ ਮਨ ਦਾ ਦੁੱਖ ਬਹੁਤ ਵੱਧ ਗਿਆ ਹੈ। ਹੇ ਪ੍ਰਭੂ, ਤੂੰ ਮੈਨੂੰ ਮੇਰੇ ਸੰਕਟ ਵਿੱਚੋਂ ਬਾਹਰ ਕੱਢ। ਤੂੰ ਮੇਰੇ ਦੁੱਖ ਅਤੇ ਪੀੜ ਤੇ ਧਿਆਨ ਦੇ ਅਤੇ ਮੇਰੇ ਪਾਪਾਂ ਨੂੰ ਮਾਫ਼ ਕਰ ਦੇ। ਹੇ ਪ੍ਰਭੂ, ਤੂੰ ਮੇਰੇ ਵੈਰੀਆਂ ਨੂੰ ਦੇਖ। ਉਹ ਕਿੰਨੇ ਹੀ ਵੱਧ ਗਏ ਹਨ। ਉਹ ਮੇਰੇ ਨਾਲ ਬਹੁਤ ਘਿਰਨਾ ਕਰਦੇ ਹਨ। ਤੂੰ ਮੇਰੇ ਜੀਵਨ ਦੀ ਰੱਖਿਆ ਕਰ। ਤੂੰ ਮੇਰਾ ਬਚਾਅ ਕਰ। ਤੂੰ ਮੈਨੂੰ ਸ਼ਰਮਿੰਦਿਆ ਨਾ ਹੋਣ ਦੇ, ਕਿਉਂਕਿ ਮੈਂ ਤੇਰੀ ਸ਼ਰਨ ਲਈ ਹੈ। ਮੇਰਾ ਖਰਾਪਨ ਅਤੇ ਸਿੱਧਾਪਨ ਮੇਰੀ ਰੱਖਿਆ ਕਰਨ, ਕਿਉਂਕਿ ਮੈਂ ਤੇਰੇ ਤੇ ਉਮੀਦ ਰੱਖੀ ਹੈ। ਹੇ ਪਰਮੇਸ਼ਵਰ, ਤੂੰ ਇਸਰਾਏਲ ਨੂੰ ਉਸਦੇ ਸਭ ਦੁੱਖਾਂ ਤੋਂ ਛੁਟਕਾਰਾ ਦੇ। ਆਮੀਨ। ਦੇਖੋ ਕਿੱਦਾਂ ਇਹ ਜ਼ਬੂਰ ਹੁਣ ਫਿੱਟ ਹੋਣ ਲੱਗੇ ਆ। ਪਹਿਲਾਂ ਅਸੀਂ ਇਹਨਾਂ ਜ਼ਬੂਰਾਂ ਨੂੰ ਪੜ੍ਹਦੇ ਹੁੰਦੇ ਸੀਗੇ ਤੇ ਇਹਨਾਂ ਜ਼ਬੂਰਾਂ ਨੂੰ ਅਸੀਂ ਪੜ੍ਹਨਾ ਤੇ ਉਹ ਇੱਕ ਤਰ੍ਹਾਂ ਦਾ ਕਈਆਂ ਦੇ ਲਈ ਤਾਂ ਮੰਤਰ ਜਿਹੇ ਬਣ ਗਏ ਸੀਗੇ ਕਿ ਤੂੰ ਆਹ ਜ਼ਬੂਰ ਪੜ੍ਹ, ਉਹ ਜ਼ਬੂਰ ਪੜ੍ਹ। ਪਰ ਜਿੰਨੀ ਦੇਰ ਤੱਕ ਅਸੀਂ ਇਹਨਾਂ ਜ਼ਬੂਰਾਂ ਦੇ ਨਾਲ ਜ਼ਿੰਦਗੀ ਨੂੰ ਨਹੀਂ ਜੋੜਦੇ, ਉਨੀ ਦੇਰ ਤੱਕ ਪਤਾ ਨਹੀਂ ਲੱਗਦਾ ਕਿ ਇਹ ਜ਼ਬੂਰ ਪੈਦਾ ਕਿੱਥੋਂ ਹੋਏ। ਯਾਦ ਰੱਖੋ ਕਿ ਇਹ ਪ੍ਰਭੂ ਦਾ ਵਚਨ ਲਿਖਿਆ ਨਹੀਂ ਜਾਂਦਾ, ਇਹ ਪੈਦਾ ਹੁੰਦਾ। ਜਿੱਦਾਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਸੇ ਤਰ੍ਹਾਂ ਇਹ ਪੈਦਾ ਹੁੰਦਾ। ਕੁਛ ਇੱਕ ਜ਼ਬੂਰ ਆ ਜਿਹੜੇ ਉਸ ਬੱਚੇ ਦੀ ਸਾਹਮਣੇ ਬੱਚਾ ਹੈ ਉਹਦੀ ਖੁਸ਼ੀ ਮਨਾਉਂਦੀ ਪਈ ਆ, ਔਰ ਕੁਛ ਇੱਕ ਜ਼ਬੂਰ ਹੈ ਜਿਸ ਲਈ ਉਹ ਉਹਨਾਂ ਦੁੱਖਾਂ ਦੇ ਵਿੱਚ ਦੀ ਗੁਜ਼ਰਦੀ ਪਈ ਹੈ। ਜ਼ਬੂਰ ਪੈਦਾ ਹੁੰਦੇ ਆ। ਗਾਣੇ ਗੀਤ ਜਿਹੜੇ ਅਸੀਂ ਲਿਖਦੇ ਹਾਂ ਉਹ ਤੁਕਾਂ ਦੀ ਸਾਂਝ ਨਹੀਂ ਹੁੰਦੀ, ਉਹ ਪੈਦਾ ਹੁੰਦੇ ਆ। ਕੁਛ ਖੁਸ਼ੀ ਦੇ ਪੈਦਾ ਹੁੰਦੇ ਆ, ਕੁਛ ਦੁੱਖਾਂ ਦੇ ਵਿੱਚ ਪੈਦਾ ਹੁੰਦੇ ਆ, ਕੁਛ ਦੁਆਵਾਂ ਦੇ ਲਈ ਪੈਦਾ ਹੁੰਦੇ ਆ। ਸੋ ਇੱਕ ਜ਼ਰੂਰ ਹੋਰ ਪੜਾਂਗੇ ਜਿਹੜਾ ਇੱਥੇ ਢੁਕਦਾ ਆ, ਉਹ ਹੈ ਜ਼ਬੂਰ ਇਸ ਦਾ 22 ਪੰਨਾ 844, ਉਸਦੀ 1 ਤੋਂ ਲੈ ਕੇ 31 ਆਇਤ ਤੱਕ, ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੇ ਮਾਸਟਰ ਪੜ੍ਹਦੇ ਮੇਰੀ ਭਾਈ ਭੈਣ। ਮਦਦ ਲਈ ਪੁਕਾਰ। ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਮਦਦ ਦੇ ਲਈ ਮੇਰੀ ਪੁਕਾਰ ਤੇਰੇ ਤੋਂ ਕਿਉਂ ਦੂਰ ਹੈ? ਹੇ ਮੇਰੇ ਪਰਮੇਸ਼ਰ, ਮੈਂ ਦਿਨ ਦੇ ਵੇਲੇ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ। ਮੈਨੂੰ ਤਾਂ ਰਾਤ ਨੂੰ ਚੈਨ ਨਹੀਂ, ਪਰ ਤੂੰ ਫਿਰ ਵੀ ਪਵਿੱਤਰ ਹੈ। ਇਜ਼ਰਾਈਲ ਦੀ ਸਮੇਂ ਸਮੇਂ ਕੀਤੀ ਮਹਿਮਾ ਤੇਰੇ ਤੱਕ ਪਹੁੰਚੀ ਹੈ। ਸਾਡੇ ਪੁਰਖਿਆਂ ਨੇ ਤੇਰੇ ਤੇ ਭਰੋਸਾ ਰੱਖਿਆ। ਹਾਂ, ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਬਚਾਇਆ। ਉਹਨਾਂ ਤੈਨੂੰ ਪੁਕਾਰਿਆ ਅਤੇ ਉਹ ਬਚ ਗਏ। ਉਹਨਾਂ ਤੇਰੇ ਤੇ ਭਰੋਸਾ ਕੀਤਾ ਅਤੇ ਉਹ ਨਿਰਾਸ਼ ਨਾ ਹੋਏ।
ਪਰ ਮੈਂ ਕੀੜਾ ਹਾਂ, ਮਨੁੱਖ ਨਹੀਂ। ਹਰ ਕਿਸੇ ਨੇ ਮੈਨੂੰ ਠੱਠੇ ਕੀਤੇ ਹਨ ਅਤੇ ਸਭ ਲੋਕਾਂ ਕੋਲੋਂ ਮੈਨੂੰ ਅਪਮਾਨ ਮਿਲਿਆ ਹੈ। ਹਰ ਕੋਈ ਦੇਖਣ ਵਾਲਾ ਮੈਨੂੰ ਮਖੌਲ ਕਰਦਾ ਹੈ। ਉਹ ਮੇਰਾ ਮੂੰਹ ਚੜਾਉਂਦੇ ਅਤੇ ਮੇਰੇ ਤੇ ਸਿਰ ਮਾਰਦੇ ਹਨ। ਉਹ ਕਹਿੰਦੇ ਹਨ, ਇਸਨੇ ਆਪਣਾ ਭਰੋਸਾ ਪ੍ਰਭੂ ਤੇ ਰੱਖਿਆ ਹੈ, ਹੁਣ ਉਹ ਇਸ ਨੂੰ ਬਚਾਵੇ। ਜੇਕਰ ਉਹ ਇਸ ਤੋਂ ਪ੍ਰਸੰਨ ਹੈ ਤਾਂ ਇਸ ਨੂੰ ਸੰਭਾਲੇ। ਤੂੰ ਹੀ ਮੈਨੂੰ ਮੇਰੀ ਮਾਂ ਦੇ ਗਰਭ ਵਿੱਚੋਂ ਬਾਹਰ ਕੱਢਿਆ। ਤੂੰ ਹੀ ਮੈਨੂੰ ਮੇਰੀ ਮਾਂ ਦੇ ਦੁੱਧ ਤੇ ਮੇਰਾ ਭਰੋਸਾ ਕਰਵਾਇਆ। ਜਨਮ ਤੋਂ ਹੀ ਮੇਰਾ ਤੇਰੇ ਤੇ ਭਰੋਸਾ ਹੈ। ਮਾਂ ਦੇ ਗਰਭ ਤੋਂ ਹੀ ਤੂੰ ਮੇਰਾ ਪਰਮੇਸ਼ਰ ਹੈ। ਤੂੰ ਮੇਰੇ ਤੋਂ ਦੂਰ ਨਾ ਰਹਿ। ਦੁੱਖ ਬਹੁਤ ਹੀ ਨੇੜੇ ਹੈ ਤੇ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਬਹੁਤ ਸਾਰੇ ਵੈਰੀਆਂ ਨੇ ਸਾਨਾਂ ਦੀ ਤਰ੍ਹਾਂ ਮੈਨੂੰ ਘੇਰ ਰੱਖਿਆ ਹੈ। ਉਹ ਸਭ ਬਸ਼ਾਨ ਪ੍ਰਦੇਸ਼ ਦੇ ਖਤਰਨਾਕ ਸਾਨਾਂ ਦੀ ਤਰ੍ਹਾਂ ਹਨ। ਉਹ ਭੁੱਖੇ ਅਤੇ ਗਰਜਦੇ ਸ਼ੇਰ ਦੀ ਤਰ੍ਹਾਂ ਮੇਰੇ ਵੱਲ ਮੂੰਹ ਖੋਲੇ ਖੜੇ ਹਨ। ਮੈਂ ਪਾਣੀ ਦੇ ਵਾਂਗ ਡੋਲਿਆ ਗਿਆ ਹਾਂ। ਮੇਰੀਆਂ ਸਭ ਹੱਡੀਆਂ ਦੇ ਜੋੜ ਹਿੱਲ ਗਏ ਹਨ। ਮੇਰਾ ਦਿਲ ਮੋਮ ਦੀ ਤਰ੍ਹਾਂ ਹੋ ਗਿਆ। ਉਹ ਉਸ ਦੀ ਤਰ੍ਹਾਂ ਅੰਦਰ ਹੀ ਅੰਦਰ ਪਿਘਲ ਗਿਆ ਹੈ। ਮੇਰੀ ਸ਼ਕਤੀ ਸੁੱਕੇ ਠੀਕਰੇ ਦੇ ਵਾਂਗ ਹੋ ਗਈ ਹੈ। ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ। ਤੂੰ ਮੈਨੂੰ ਮੁਰਦਾ ਹਾਲਤ ਵਿੱਚ ਮਿੱਟੀ ਵਿੱਚ ਰੱਖ ਛੱਡਿਆ ਹੈ। ਬੁਰੇ ਕੰਮ ਕਰਨ ਵਾਲਿਆਂ ਨੇ ਮੈਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ। ਉਹ ਕੁੱਤਿਆਂ ਵਾਂਗ ਮੇਰੇ ਪਿੱਛੇ ਪਏ ਹਨ। ਉਹ ਸ਼ੇਰ ਵਾਂਗ ਮੇਰੇ ਹੱਥ ਪੈਰ ਪਾੜ ਰਹੇ ਹਨ। ਮੇਰੀਆਂ ਸਭ ਹੱਡੀਆਂ ਗਿਣੀਆਂ ਜਾ ਸਕਦੀਆਂ ਹਨ। ਉਹ ਘੂਰ ਕੇ ਮੈਨੂੰ ਦੇਖ ਰਹੇ ਹਨ। ਉਹਨਾਂ ਨੇ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਹਨ। ਉਹ ਮੇਰੇ ਚੋਗੇ ਉੱਤੇ ਗੁਣੇ ਪਾਏ ਹਨ। ਪਰ ਤੂੰ ਹੇ ਪ੍ਰਭੂ ਮੇਰੇ ਬਲ, ਮੇਰੇ ਤੋਂ ਦੂਰ ਨਾ ਰਹਿ। ਤੂੰ ਮੇਰੀ ਮਦਦ ਕਰਨ ਵਿੱਚ ਦੇਰ ਨਾ ਕਰ। ਮੇਰੀ ਜਾਨ ਨੂੰ ਤਲਵਾਰ ਤੋਂ ਬਚਾ। ਮੇਰੇ ਜੀਵਨ ਦੀ ਕੁੱਤਿਆਂ ਤੋਂ ਰੱਖਿਆ ਕਰ। ਮੈਨੂੰ ਤੂੰ ਸ਼ੇਰ ਦੇ ਮੂੰਹ ਤੋਂ ਅਤੇ ਮੇਰੀ ਦੁਖੀ ਜਾਨ ਨੂੰ ਸਾਨ ਦੇ ਸਿੰਘਾਂ ਤੋਂ ਬਚਾ। ਮੈਂ ਆਪਣੇ ਲੋਕਾਂ ਨੂੰ ਤੇਰੇ ਨਾਂ ਬਾਰੇ ਦੱਸਾਂਗਾ। ਮੈਂ ਤੇਰੇ ਨਾਂ ਦੀ ਸੰਗਤਾਂ ਵਿੱਚ ਵਡਿਆਈ ਕਰਾਂਗਾ। ਹੇ ਪ੍ਰਭੂ ਤੋਂ ਡਰਨ ਵਾਲਿਓ, ਉਸ ਦੀ ਵਡਿਆਈ ਕਰੋ। ਹੇ ਇਜ਼ਰਾਈਲ ਦੇ ਲੋਕੋ, ਉਸ ਦਾ ਡਰ ਮੰਨੋ। ਉਸਨੇ ਦੁਖੀਏ ਦਾ ਅਪਮਾਨ ਨਹੀਂ ਕੀਤਾ ਤੇ ਨਾ ਹੀ ਉਸ ਨੂੰ ਘਿਰਣਾ ਕੀਤੀ ਹੈ। ਭਰੀ ਸੰਗਤ ਵਿੱਚ ਮੇਰੀ ਵਡਿਆਈ ਦਾ ਸੋਮਾ ਤੂੰ ਹੀ ਹੈ। ਮੈਂ ਤੇਰੇ ਤੋਂ ਡਰਨ ਵਾਲਿਆਂ ਦੇ ਸਾਹਮਣੇ ਆਪਣੀਆਂ ਸੁਖਨਾਵਾਂ ਪੂਰੀਆਂ ਕਰਾਂਗਾ। ਦੁਖੀ ਭੋਜਨ ਖਾ ਕੇ ਤ੍ਰਿਪਤ ਹੋ ਜਾਣਗੇ। ਉਸਦੇ ਖੋਜੀ ਉਸਦੀ ਮਹਿਮਾ ਕਰਨਗੇ। ਉਹਨਾਂ ਦੇ ਦਿਲ ਹਮੇਸ਼ਾ ਨਰੋਏ ਰਹਿਣਗੇ। ਸਾਰੀ ਧਰਤੀ ਉਸ ਨੂੰ ਯਾਦ ਰੱਖੇ ਤੇ ਪ੍ਰਭੂ ਵੱਲ ਮੁੜੇ। ਸਭ ਕੌਮਾਂ ਦੇ ਲੋਕ ਉਸ ਦੀ ਉਪਾਸਨਾ ਕਰਨ। ਰਾਜ ਪ੍ਰਭੂ ਦਾ ਹੀ ਹੈ। ਉਹ ਸਭ ਕੌਮਾਂ ਦਾ ਰਾਜਾ ਹੈ। ਧਰਤੀ ਦੇ ਸਭ ਘਮੰਡੀ ਲੋਕ ਉਸ ਦੇ ਸਾਹਮਣੇ ਝੁਕਣਗੇ ਤੇ ਸਭ ਮਰ ਕੇ ਮਿੱਟੀ ਵਿੱਚ ਮਿਲਣ ਵਾਲੇ ਉਸ ਦੇ ਸਾਹਮਣੇ ਗੋਡੇ ਟੇਕਣਗੇ। ਅੱਗੇ ਆਉਣ ਵਾਲੇ ਲੋਕ ਉਸ ਦੀ ਸੇਵਾ ਕਰਨਗੇ। ਲੋਕ ਪ੍ਰਭੂ ਦੇ ਬਾਰੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੱਸਣਗੇ। ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਗੇ, ਪ੍ਰਭੂ ਨੇ ਉਹਨਾਂ ਨੂੰ ਬਚਾਇਆ ਹੈ। ਔਰ ਇਹ ਉਹ ਜ਼ਬੂਰ ਹੈ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਇਸ ਦੀ ਇੱਕ ਆਇਤ ਬੋਲੀ ਸੀ ਔਰ ਸਮਝਣ ਵਾਲੇ ਸਮਝ ਗਏ ਕਿ ਪ੍ਰਭੂ ਯਿਸੂ ਕੀ ਕਹਿ ਰਹੇ। ਜਿਹੜੇ ਉੱਥੇ ਸਮਝਣ ਵਾਲੇ ਸੀ ਉਹਨਾਂ ਨੂੰ ਪਤਾ ਸੀ ਕਿ ਦਾਊਦ ਦਾ ਜਿਹੜਾ 22ਵਾਂ ਜ਼ਬੂਰ ਆ, ਪ੍ਰਭੂ ਯਿਸੂ ਉਹਦੇ ਬਾਰੇ ਗੱਲ ਕਰਦੇ ਪਏ। ਔਰ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਕਿੱਦਾਂ ਜਿਨ੍ਹਾਂ ਜਾਨਵਰਾਂ ਦੇ ਨਾਂ ਲਏ ਗਏ, ਕੁੱਤਿਆਂ ਦੇ ਵਾਂਗ ਮੇਰੇ ਪਿੱਛੇ ਪਏ ਆ, ਸਾਨਾਂ ਦੇ ਵਾਂਗ ਮੇਰੇ ਪਿੱਛੇ ਪਏ ਆ, ਸ਼ੇਰਾਂ ਦੇ ਵਾਂਗ ਮੇਰੇ ਪਿੱਛੇ ਪਏ ਆ, ਕਿਉਂਕਿ ਉਹ ਬੰਦਾ ਉਹਦੇ ਵਿੱਚੋਂ ਦੀ ਲੰਘਦਾ ਪਿਆ, ਉਹਦੇ ਵਿੱਚ ਦੀ ਲੰਘਦਾ ਪਿਆ। ਔਰ ਇਹ ਗੀਤ ਜਿਹੜੇ ਆ, ਇਹ ਪ੍ਰਭੂ ਦੇ ਅੱਗੇ ਜਿਹੜੀਆਂ ਅਰਜ਼ੋਈਆਂ ਆ, ਬੇਨਤੀਆਂ ਆ, ਉਹ ਪੈਦਾ ਹੋ ਰਹੀਆਂ। ਆਓ ਹੁਣ ਅਸੀਂ ਥੋੜਾ ਜਿਹਾ ਦਾਊਦ ਦੀ ਜ਼ਿੰਦਗੀ ਦੇ ਬਾਰੇ ਦੇਖਦੇ ਹਾਂ ਔਰ ਉਸ ਤੋਂ ਬਾਅਦ ਫਿਰ ਇਹਨਾਂ ਵਿੱਚੋਂ ਥੋੜੇ ਜਿਹੇ ਜ਼ਬੂਰ ਅਸੀਂ ਬਾਅਦ ਦੇ ਵਿੱਚ ਦੇਖਾਂਗੇ, ਅਖੀਰ ਦੇ ਵਿੱਚ ਦੇਖਾਂਗੇ। ਜਿਹੜਾ ਦਾਊਦ ਦਾ ਜਿਹੜਾ ਪਹਿਲਾ ਅਸੀਂ ਪੜ੍ਹਿਆ ਸੀਗਾ ਜ਼ਬੂਰ 25, ਉਸ ਨੂੰ 19 ਚੈਪਟਰ ਦੇ ਉੱਤੇ ਲਿਖਦਾ, ਜਿੱਥੇ ਉਸਨੇ ਲਿਖਿਆ ਕਿ ਦਾਊਦ ਦੇ ਉੱਤੇ ਅਤਿਆਚਾਰ। ਇਥੋਂ ਉਸ ਜ਼ਬੂਰ ਦੇ ਵਿੱਚ ਕਾਫੀ ਸ਼ੁਕਰਗੁਜ਼ਾਰੀਆਂ, ਉਸ ਜ਼ਬੂਰ ਦੇ ਵਿੱਚ ਕਾਫੀ ਪ੍ਰਭੂ ਤੇ ਭਰੋਸਾ, ਪਰ ਉਸ ਜ਼ਬੂਰ ਦੇ ਵਿੱਚ ਜ਼ਿਆਦੀਆਂ ਪ੍ਰਭੂ ਦੀਆਂ ਸ਼ੁਕਰਗੁਜ਼ਾਰੀਆਂ ਹੈ। ਲੇਕਿਨ ਹੁਣ ਜਿਹੜਾ ਅਗਲਾ ਜ਼ਬੂਰ ਹੈ ਉਸਨੂੰ
ਉਸ ਦੇ ਵਿੱਚ ਉਹ ਆਪਣਾ ਦੁੱਖ ਪ੍ਰਭੂ ਦੇ ਵਿੱਚ ਰੋ ਰਿਹਾ ਔਰ ਉਹ ਉੱਥੇ ਉਸਨੂੰ ਦੇ ਰਿਹਾ। ਮੈਂ ਤੁਹਾਨੂੰ ਅੱਗੇ ਜਾ ਕੇ ਉਸਦਾ ਨੰਬਰ ਦੱਸੂਗਾ। ਸੋ ਆਓ 19ਵਾਂ ਚੈਪਟਰ ਦੇਖੀਏ। ਚੈਪਟਰ ਕੀ ਹੈ, ਬੁੱਕ ਦਾ ਨਾਮ ਕੀ ਹੈ? ਇਹ ਅਸੀਂ ਪਹਿਲਾ ਸੈਮੂਅਲ ਦੇਖਦੇ ਪਏ ਸਿਸਟਰ ਜੀ। ਸਾਡਾ ਜਿਹੜਾ ਮੇਨ ਜਿਹੜੀ ਸਾਡੀਆਂ ਸਟੱਡੀ ਆ ਉਹ ਅਸੀਂ ਪਹਿਲੇ ਤੇ ਦੂਜੇ ਸੈਮੂਅਲ ਦੇ ਵਿੱਚੋਂ ਕਰਨੀ ਆ। ਓਕੇ, ਥੈਂਕ ਯੂ। ਔਰ ਲੇਕਿਨ ਜਿਹੜੇ ਅਸੀਂ ਜ਼ਬੂਰ ਨਾਲ ਦੇਖਦੇ ਪਏ ਆ ਜਾਂ ਕੋਈ ਹੋਰ ਇੱਕ ਅੱਧੀ ਆਇਤ ਦੇਖਦੇ ਪਏ ਆ ਜਿਹੜੀ ਸਾਨੂੰ ਇਹਦੇ ਵਿੱਚ ਸਾਡੀ ਸਪੋਰਟ ਕਰਦੀ ਆ। ਸੋ ਹਾਂ 19 ਦਾ ਪਹਿਲੀਆਂ 17 ਆਇਤਾਂ ਦੇਖੀਏ। ਇਸ ਤੇ ਉਹ ਅਸੀਂ ਦੇਖ ਲਿਆ ਕੱਲ, ਜਿੱਦਾਂ ਦੇਖ ਲਿਆ ਆ ਕਿ ਉਸਨੇ ਬਿਸਤਰੇ ਦੇ ਵਿੱਚ ਉਹ ਬੁੱਤ ਰੱਖਿਓ ਸੀ, ਉਸਨੇ ਉਸਨੂੰ ਦੌੜਾ ਦਿੱਤਾ। ਹੁਣ ਅਸੀਂ ਆ ਗਏ ਆ ਨਹੀਂ ਹਾਲੇ ਇਸਨੂੰ ਅਸੀਂ ਪੜ੍ਹਿਆ ਬਿਸਤਰੇ ਦੇ ਵਿੱਚ, ਉੱਥੇ ਤੱਕ ਪੜ੍ਹਿਆ ਸੀਗਾ ਜਿੱਥੇ ਉਸਨੇ ਬਸ ਬਿਸਤਰੇ ਦੇ ਵਿੱਚ ਬੁੱਤ ਰੱਖਿਓ। ਅਸੀਂ ਹੁਣ 17 ਆਇਤ ਤੋਂ ਪੜਾਂਗੇ, 17 ਤੋਂ ਸ਼ੁਰੂ ਕਰਾਂਗੇ ਔਰ ਅਸੀਂ ਇਸ ਸਾਰੇ ਚੈਪਟਰ ਦੀਆਂ ਕੋਈ 24 ਆਇਤਾਂ ਆ। ਇਸਨੂੰ ਅਸੀਂ ਅਸੀਂ ਦੇਖ ਲਈਆਂ। ਇਹ 20 ਚੈਪਟਰ ਦੇ ਵਿੱਚ ਆ ਜਾਓ, 20 ਚੈਪਟਰ ਦੇ ਵਿੱਚ ਆ ਜਾਓ। ਜੋਨਾਥਨ ਜਿਹੜਾ ਹੁਣ ਉਸਦਾ ਬ੍ਰਦਰ ਲਾਇਆ, ਹੁਣ ਉਸਨੇ ਉਸਦੀ ਹੈਲਪ ਕਰਨੀ ਹੈ। ਸੋ 20ਵੇਂ ਭਾਗ ਦੇ ਵਿੱਚ ਅਸੀਂ ਪਹਿਲੀ ਆਇਤ ਤੋਂ ਲੈ ਕੇ ਕੋਈ ਜਾਣਾ ਇਸ ਦੀਆਂ 10 ਆਇਤਾਂ ਪੜ੍ਹੇ। 20ਵਾਂ ਚੈਪਟਰ 424 ਪੰਨਾ, 424 ਪੰਨਾ। ਯੈਸ, I can read it, Pastor ji. Go ahead, ਮੇਰਾ ਵੀਰ। ਹਾਂਜੀ, ਚੈਪਟਰ ਆਪਣਾ 20, ਯੋਨਾਥਨ ਦਾ ਦਾਊਦ ਦੀ ਮਦਦ ਕਰਨਾ। ਤਾਂ ਦਾਊਦ ਰਮਾਹ ਦੇ ਨਾਯੋਬ ਤੋਂ ਨੱਠ ਕੇ ਯੋਨਾਥਨ ਕੋਲ ਗਿਆ ਅਤੇ ਬੋਲਿਆ, ਮੈਂ ਕੀ ਕੀਤਾ ਹੈ? ਮੈਂ ਕੀ ਅਪਰਾਧ ਕੀਤਾ ਹੈ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਕੀਤਾ ਹੈ ਕਿ ਉਹ ਮੇਰੀ ਜਾਨ ਦਾ ਵੈਰੀ ਬਣਿਆ ਫਿਰ ਰਿਹਾ ਹੈ? ਯੋਨਾਥਨ ਨੇ ਉੱਤਰ ਦਿੱਤਾ, ਪਰਮੇਸ਼ਵਰ ਇਸ ਤਰ੍ਹਾਂ ਨਾ ਕਰੇ। ਮੇਰਾ ਪਿਤਾ ਹਰ ਛੋਟਾ ਵੱਡਾ ਕੰਮ ਮੈਨੂੰ ਦੱਸਿਆ ਬਿਨਾਂ ਨਹੀਂ ਕਰਦਾ, ਇਸ ਲਈ ਉਹ ਇਹ ਕੰਮ ਵੀ ਮੈਨੂੰ ਦੱਸਿਆ ਬਿਨਾਂ ਨਹੀਂ ਕਰੇਗਾ। ਕੀ ਇਹ ਸੱਚ ਨਹੀਂ ਹੈ? ਦਾਊਦ ਨੇ ਕਿਹਾ, ਤੇਰਾ ਪਿਤਾ ਜਾਣਦਾ ਹੈ ਕਿ ਤੂੰ ਮੈਨੂੰ ਕਿੰਨਾ ਪਸੰਦ ਕਰਦਾ ਹੈ, ਇਸ ਲਈ ਉਸਨੇ ਫੈਸਲਾ ਕੀਤਾ ਹੈ ਕਿ ਉਹ ਆਪਣੀ ਵਿਉਂਤ ਬਾਰੇ ਤੈਨੂੰ ਨਹੀਂ ਦੱਸੇਗਾ, ਕਿਉਂਕਿ ਇਸ ਤੋਂ ਤੈਨੂੰ ਦੁੱਖ ਪਹੁੰਚੇਗਾ। ਮੈਂ ਜਿਉਂਦੇ ਪ੍ਰਭੂ ਦੀ ਸਹੁੰ ਚੁੱਕ ਕੇ ਕਹਿੰਦਾ ਹਾਂ ਕਿ ਮੌਤ ਅਤੇ ਮੇਰੇ ਵਿੱਚ ਕੇਵਲ ਕੁਝ ਵਿੱਥ ਹੀ ਰਹਿ ਗਈ ਸੀ। ਯੋਨਾਥਨ ਨੇ ਕਿਹਾ, ਠੀਕ ਹੈ, ਤੂੰ ਦੱਸ ਮੈਂ ਤੇਰੇ ਲਈ ਕੀ ਕਰਾਂ? ਜੋ ਤੂੰ ਕਹੇਂਗਾ ਮੈਂ ਉਹੀ ਕਰਾਂਗਾ। ਦਾਊਦ ਨੇ ਉੱਤਰ ਦਿੱਤਾ, ਕੱਲ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰਾ ਕਰਤੱਵ ਹੈ ਕਿ ਮੈਂ ਰਾਜਾ ਦੇ ਨਾਲ ਬੈਠ ਕੇ ਭੋਜਨ ਕਰਾਂ। ਪਰ ਜੇਕਰ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਜਾ ਕੇ ਅੱਜ ਤੱਕ ਅਤੇ ਕੱਲ ਖੇਤਾਂ ਵਿੱਚ ਲੁਕਿਆ ਰਹਾਂਗਾ। ਜੇਕਰ ਤੇਰਾ ਪਿਤਾ ਦੇਖੇ ਕਿ ਮੈਂ ਉਸ ਦੇ ਨਾਲ ਖਾਣੇ ਦੀ ਮੇਜ਼ ਤੇ ਨਹੀਂ ਹਾਂ ਅਤੇ ਉਹ ਮੇਰੇ ਬਾਰੇ ਪੁੱਛੇ ਤਾਂ ਤੂੰ ਉੱਤਰ ਦੇਣਾ, ਉਸਨੇ ਮੇਰੇ ਤੋਂ ਆਗਿਆ ਮੰਗੀ ਹੈ ਅਤੇ ਉਹ ਜਲਦੀ ਵਿੱਚ ਆਪਣੇ ਨਗਰ ਬੈਤਲਹਮ ਨੂੰ ਗਿਆ ਹੈ, ਕਿਉਂਕਿ ਉਸਦੇ ਟੱਬਰ ਦੀ ਸਾਲਾਨਾ ਬਲੀ ਦਾ ਸਮਾਂ ਹੈ। ਜੇਕਰ ਉਹ ਕਹੇ ਠੀਕ ਹੈ ਤਾਂ ਸਮਝੀ ਸਭ ਕੁਝ ਠੀਕ ਠਾਕ ਹੈ, ਪਰ ਜੇਕਰ ਸੁਣ ਕੇ ਕ੍ਰੋਧਿਤ ਹੋ ਜਾਵੇ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ। ਕਿਰਪਾ ਕਰਕੇ ਤੂੰ ਮੇਰੀ ਇੰਨੀ ਮਦਦ ਕਰ, ਕਿਉਂਕਿ ਤੂੰ ਆਪਣੇ ਦਾਸ ਨਾਲ ਪ੍ਰਭੂ ਦੇ ਨਾਂ ਉੱਤੇ ਨੇਮ ਕੀਤਾ ਹੈ। ਪਰ ਜੇਕਰ ਤੂੰ ਸੋਚਦਾ ਹੈ ਕਿ ਮੈਂ ਅਪਰਾਧੀ ਹਾਂ ਤਾਂ ਤੂੰ ਆਪ ਮੈਨੂੰ ਮਾਰ ਦੇ, ਫਿਰ ਤੂੰ ਮੈਨੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ? ਯੋਨਾਥਨ ਨੇ ਕਿਹਾ, ਤੂੰ ਇਸ ਤਰ੍ਹਾਂ ਕਿਉਂ ਸੋਚ ਰਿਹਾ ਹੈ? ਕੀ ਜੇਕਰ ਮੈਨੂੰ ਪਤਾ ਲੱਗਦਾ ਕਿ ਮੇਰਾ ਪਿਤਾ ਤੇਰੇ ਲਈ ਇਸ ਤਰ੍ਹਾਂ ਸੋਚ ਰਿਹਾ ਹੈ ਤਾਂ ਕੀ ਮੈਂ ਤੈਨੂੰ ਨਾ ਦੱਸਦਾ? ਤਾਂ ਦਾਊਦ ਨੇ ਪੁੱਛਿਆ, ਮੈਨੂੰ ਕੌਣ ਖਬਰ ਕਰੇਗਾ ਜੇਕਰ ਤੇਰਾ ਪਿਤਾ ਗੁੱਸੇ ਨਾਲ ਤੇਰੇ ਨਾਲ ਗੱਲ ਕਰੇਗਾ? ਇੱਥੇ ਤੇ ਪੜ੍ਹਨਾ ਸੀ। ਇੱਥੇ ਤੇ ਅਗਲਾ ਵੀ ਤੁਸੀਂ ਹਿੱਸਾ ਪੜ੍ਹਨਾ। ਇੱਥੇ ਥੋੜੀ ਜਿਹੀ ਚੀਜ਼ ਅਸੀਂ ਦੇਖਾਂਗੇ ਕਿ ਯੋਨਾਥਨ ਨੂੰ ਹਾਲੇ ਤੱਕ ਵਿਸ਼ਵਾਸ ਨਹੀਂ ਕਿ ਉਸਦਾ ਪਿਤਾ ਇਹ ਕੰਮ ਕਰ ਸਕਦਾ, ਔਰ ਯੋਨਾਥਨ ਨੂੰ ਇਹ ਪੱਕਾ ਵਿਸ਼ਵਾਸ ਆ ਕਿ ਮੇਰਾ ਬਾਪ ਮੇਰੇ ਨਾਲ ਗੱਲ ਕੀਤੇ ਬਗੈਰ ਕੋਈ ਕੰਮ ਨਹੀਂ ਕਰਦਾ। ਲੇਕਿਨ ਉਸਨੇ ਹੁਣ ਆਪਣੇ ਬਾਪ ਦਾ ਘਟੀਆਪਨ ਦੇਖਣਾ, ਉਸਦਾ ਘਟੀਆਪਨ ਦੇਖਣਾ ਕਿ ਨਹੀਂ, ਉਹ ਜਿਹੜੀ ਆਤਮਾ ਜਿਸਨੇ ਉਸਨੂੰ ਘੇਰਾ ਪਾਇਆ ਆ, ਉਸਨੇ ਉਸਦਾ ਹਾਲ ਕੀ ਕੀਤਾ ਹੈ। ਉਸਨੂੰ ਇਹੋ ਹੀ ਡਰ ਪਿਆ ਆ ਜੋ ਉਸਨੇ ਕਿਹਾ ਸੀ ਕਿ ਪ੍ਰਭੂ ਨੇ ਤੇਰਾ ਰਾਜ ਖੋ ਕੇ ਤੇਰੇ ਗੁਆਂਢੀ ਨੂੰ ਦੇ ਦਿੱਤਾ। ਤੁਹਾਡਾ ਤੇਰੀ ਸੰਤਾਨ ਨੇ ਹਜ਼ਾਰਾਂ ਸਾਲ ਰਾਜ ਕਰਨਾ ਸੀ, ਪਰ ਹੁਣ ਤੇਰਾ ਰਾਜ ਤੇਰੇ ਤੋਂ ਖੋਇਆ ਜਾ ਚੁੱਕਾ। ਹੁਣ ਬ੍ਰਦਰ ਜੀ
ਇਸ ਨੂੰ ਤੁਸੀਂ 23 ਆਇਤ ਤੱਕ ਦੇਖਿਓ। ਠੀਕ ਹੈ। ਯੋਨਥਨ ਨੇ ਦਾਊਦ ਨੂੰ ਕਿਹਾ, ਆ ਅਸੀਂ ਬਾਹਰ ਖੇਤਾਂ ਵਿੱਚ ਚੱਲੀਏ। ਇਜ਼ਰਾਈਲ ਦਾ ਪ੍ਰਭੂ ਪਰਮੇਸ਼ਰ ਸਾਡਾ ਗਵਾਹ ਹੈ, ਮੈਂ ਅੱਜ ਅਤੇ ਕੱਲ ਆਪਣੇ ਪਿਤਾ ਨਾਲ ਤੇਰੇ ਬਾਰੇ ਗੱਲਬਾਤ ਕਰਾਂਗਾ। ਜੇਕਰ ਉਸ ਦਾ ਦਿਲ ਤੇਰੇ ਵੱਲ ਸਾਫ਼ ਹੋਵੇਗਾ ਤਾਂ ਮੈਂ ਤੈਨੂੰ ਖਬਰ ਕਰ ਦੇਵਾਂਗਾ। ਜੇਕਰ ਉਸ ਦੇ ਦਿਲ ਵਿੱਚ ਤੇਰੇ ਲਈ ਬੁਰਾਈ ਹੋਵੇਗੀ ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ ਕਿ ਤੂੰ ਸੁਰੱਖਿਅਤ ਥਾਂ ਤੇ ਪਹੁੰਚ ਜਾਵੇਂ। ਜੇਕਰ ਇਸ ਦੀ ਤੈਨੂੰ ਨਾ ਖਬਰ ਕਰਾਂ ਤਾਂ ਪ੍ਰਭੂ ਦੀ ਮਾਰ ਮੇਰੇ ਤੇ ਆ ਪਵੇ। ਪ੍ਰਭੂ ਤੇਰੇ ਨਾਲ ਠੀਕ ਉਸੇ ਤਰ੍ਹਾਂ ਰਹੇ ਜਿਸ ਤਰ੍ਹਾਂ ਉਹ ਮੇਰੇ ਪਿਤਾ ਦੇ ਨਾਲ ਰਿਹਾ ਹੈ। ਜੇਕਰ ਮੈਂ ਆਪ ਜਿਉਂਦਾ ਰਿਹਾ ਤਾਂ ਤੂੰ ਮੇਰਾ ਵਫਾਦਾਰ ਬਣ ਕੇ ਰਹਿਣਾ ਅਤੇ ਇਸ ਤਰ੍ਹਾਂ ਤੂੰ ਮੇਰੇ ਨਾਲ ਪ੍ਰਭੂ ਦੇ ਨਾਂ ਤੇ ਕੀਤਾ ਨੇਮ ਪੂਰਾ ਕਰਨਾ। ਪਰ ਜੇਕਰ ਮੈਂ ਮਰ ਗਿਆ ਤਾਂ ਤੂੰ ਮੇਰੇ ਟੱਬਰ ਦੇ ਨਾਲ ਹਮੇਸ਼ਾ ਤੱਕ ਭਲਾ ਵਰਤਾਓ ਕਰਨਾ। ਜਦੋਂ ਤੇਰੇ ਸਭ ਵੈਰੀ ਨਾਸ਼ ਹੋ ਜਾਣ ਤਾਂ ਸਾਡੀ ਪ੍ਰਤਿਗਿਆ ਫਿਰ ਵੀ ਨਾ ਟੁੱਟੇ। ਜੇਕਰ ਇਹ ਟੁੱਟ ਗਈ ਤਾਂ ਪ੍ਰਭੂ ਤੈਨੂੰ ਇਸ ਦੀ ਸਜ਼ਾ ਦੇਵੇ। ਇੱਕ ਵਾਰ ਯੋਨਥਨ ਨੇ ਦਾਊਦ ਨੂੰ ਆਪਣੇ ਪਿਆਰ ਦਾ ਵਾਸਤਾ ਦੇ ਕੇ ਪ੍ਰਤਿਗਿਆ ਕਰਵਾਈ ਕਿ ਉਹ ਵੀ ਯੋਨਥਨ ਨੂੰ ਪਿਆਰ ਕਰੇਗਾ। ਯੋਨਥਨ ਦਾਊਦ ਨੂੰ ਆਪਣੇ ਤੋਂ ਵੀ ਅਧਿਕ ਪਿਆਰ ਕਰਦਾ ਸੀ। ਤਦ ਯੋਨਥਨ ਨੇ ਦਾਊਦ ਨੂੰ ਕਿਹਾ, ਕੱਲ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਤੇਰੀ ਗੈਰ ਹਾਜ਼ਰੀ ਸਭ ਨੂੰ ਅਖਰੇਗੀ, ਕਿਉਂਕਿ ਤੇਰੀ ਕੁਰਸੀ ਖਾਲੀ ਹੋਵੇਗੀ। ਪਰ ਪਰਸੋਂ ਤੇਰੀ ਗੈਰ ਹਾਜ਼ਰੀ ਹੋਰ ਅਖਰੇਗੀ। ਪਰ ਤੂੰ ਆਪਣੀ ਪਹਿਲੀ ਥਾਂ ਤੇ ਜਾ ਕੇ ਲੁਕ ਜਾ, ਅਰਥਾਤ ਉੱਥੇ ਪਏ ਪੱਥਰਾਂ ਦੇ ਪਿੱਛੇ। ਮੈਂ 3 ਤੀਰ ਉਸ ਪਾਸੇ ਮਾਰਾਂਗਾ ਜਿਵੇਂ ਕਿ ਮੈਂ ਨਿਸ਼ਾਨਾ ਲੈ ਰਿਹਾ ਹਾਂ। ਜੇਕਰ ਮੈਂ ਆਪਣੇ ਨੌਕਰ ਨੂੰ ਤੀਰਾਂ ਨੂੰ ਲੱਭਣ ਲਈ ਉਸ ਪਾਸੇ ਘੱਲਦੇ ਹੋਏ ਕਹਾਂਗਾ, ਦੇਖ ਤੀਰ ਉਸੇ ਪਾਸੇ ਪਏ ਹਨ ਜਿਸ ਪਾਸੇ ਤੂੰ ਲੁਕਿਆ ਹੈ, ਤਾਂ ਤੂੰ ਬਾਹਰ ਆ ਸਕਦਾ ਹੈ, ਕਿਉਂਕਿ ਤੈਨੂੰ ਖਤਰਾ ਨਹੀਂ ਹੈ। ਜਿਉਂਦੇ ਪ੍ਰਭੂ ਦੀ ਸਹੁੰ, ਤਦ ਤੂੰ ਬਿਲਕੁਲ ਬਿਨਾਂ ਕਿਸੇ ਖਤਰੇ ਦੇ ਹੋਵੇਗਾ। ਪਰ ਜੇਕਰ ਮੈਂ ਨੌਕਰ ਨੂੰ ਕਿਹਾ, ਦੇਖ ਤੀਰ ਤੇਰੇ ਤੋਂ ਅਗਲੇ ਪਾਸੇ ਹਨ, ਤਾਂ ਤੂੰ ਸਮਝ ਜਾਵੀਂ ਤੇਰੇ ਲਈ ਖਤਰਾ ਹੈ ਅਤੇ ਪ੍ਰਭੂ ਤੈਨੂੰ ਇੱਥੋਂ ਘੱਲਣਾ ਚਾਹੁੰਦਾ ਹੈ। ਪਰ ਜਿੱਥੇ ਇਹਨਾਂ ਸਭ ਪ੍ਰਤਿਗਿਆਵਾਂ ਦਾ ਪ੍ਰਸ਼ਨ ਹੈ ਜੋ ਅਸੀਂ ਇੱਕ ਦੂਜੇ ਨਾਲ ਕੀਤੀਆਂ ਹਨ, ਪ੍ਰਭੂ ਸਾਡਾ ਗਵਾਹ ਹੈ, ਉਹਨਾਂ ਨੂੰ ਅਸੀਂ ਜੀਵਨ ਭਰ ਪੂਰੀਆਂ ਕਰਾਂਗੇ। ਆਮੀਨ। ਅੱਗੇ ਵੀ ਬ੍ਰਦਰ ਜੀ ਤੁਸੀਂ ਪੜ੍ਹਨਾ। ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਇੱਕ ਬਹੁਤ ਵੱਡੀ ਚੀਜ਼ ਹੋਣ ਆਈ ਆ। ਯਾਨੀ ਕਿ ਬਾਕੀ ਤਾਂ ਸਾਰੀ ਕਹਾਣੀ ਆ ਉਹ ਤਾਂ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਚੱਲਦੀ ਪਈ ਕਿ ਯੋਨਾਥਨ ਔਰ ਦਾਊਦ ਦੇ ਜੀਵਨ ਦੀ ਕਹਾਣੀ ਆ। ਲੇਕਿਨ ਇੱਥੇ ਇੱਕ ਚੀਜ਼ ਆਈ ਆ ਜਿਹੜੀ ਯੋਨਾਥਨ ਨੇ ਮੰਨ ਲਈ। ਯੋਨਾਥਨ ਨੂੰ ਇਹ ਚੀਜ਼ ਦਾ ਪਤਾ ਹੈ ਕਿ ਪ੍ਰਭੂ ਦਾ ਜਿਹੜਾ ਹੱਥ ਆ ਹੁਣ ਮੇਰੇ ਬਾਪ ਦੇ ਉੱਤੇ ਹੈ, ਔਰ ਪ੍ਰਭੂ ਦਾ ਜਿਹੜਾ ਹੱਥ ਆ ਉਹ ਇਸ ਵੇਲੇ ਉਸਦਾ ਹੱਥ ਔਰ ਉਸਦੀ ਆਤਮਾ ਦੋਨੋਂ ਦਾਊਦ ਦੇ ਨਾਲ। ਤੇ ਯੋਨਾਥਨ ਨੇ ਇਹ ਚੀਜ਼ ਕਹੀ ਕਿ ਅਗਰ ਮੈਂ ਮਰ ਗਿਆ ਤਾਂ ਤੂੰ ਮੇਰੀ ਸੰਤਾਨਾਂ ਦਾ ਧਿਆਨ ਰੱਖ, ਮੇਰੀ ਸੰਤਾਨ ਦਾ ਹਮੇਸ਼ਾ ਧਿਆਨ ਰੱਖਣਾ। ਪਰ ਦਾਊਦ ਨੇ ਉਸਦੇ ਨਾਲ ਪ੍ਰਤਿਗਿਆ ਕੀਤੀ। ਦਾਊਦ ਨੂੰ ਵੀ ਪਤਾ ਪ੍ਰਭੂ ਨੇ ਉਸਨੂੰ ਚੁਣਿਆ ਰਾਜਾ ਬਣਨ ਦੇ ਲਈ। ਦਾਊਦ ਨੇ ਉਸਦੇ ਨਾਲ ਪ੍ਰਤਿਗਿਆ ਕੀਤੀ ਕਿ ਜਿਸ ਤਰ੍ਹਾਂ ਤੂੰ ਕਹਿ ਰਿਹਾ ਇਸੇ ਤਰ੍ਹਾਂ ਹੋਏਗਾ। ਔਰ ਯੋਨਾਥਨ ਗਿਆ, ਉਸਨੇ ਜਿੱਦਾਂ ਕਿਹਾ ਸੀਗਾ ਕਿ ਪੂਰੇ ਚੰਦ ਦੇ ਜਿਹੜਾ ਉਹਨਾਂ ਦੇ 3 ਦਿਨ ਖਾਂਦੇ ਸੀ, ਕਿਉਂਕਿ ਯੋਨਾਥਨ ਬਹਿੰਦਾ ਸੀ, ਉਹ ਰਾਜਕੁਮਾਰ ਸੀ। ਇੱਕ ਪਾਸੇ ਦਾਊਦ ਦੀ ਕੁਰਸੀ ਹੁੰਦੀ ਸੀ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਮੇਨ ਜਨਰਲ ਸੀ, ਦੂਸਰੇ ਪਾਸੇ ਅਬਨੇਰ ਦੀ ਕੁਰਸੀ ਹੁੰਦੀ ਸੀ, ਔਰ ਉੱਥੇ ਉਹ ਬਹਿ ਕੇ ਖਾਂਦੇ ਸੀ। ਹੁਣ ਉਹ 3 ਦਿਨ ਦਾਊਦ ਦੀ ਉਹ ਕੁਰਸੀ ਖਾਲੀ, ਔਰ 3 ਦਿਨ ਉਹ ਪਹਿਲੇ ਦਿਨ ਤਾਂ ਚਲੋ ਉਸਨੇ ਕੁਛ ਨਹੀਂ ਕਿਹਾ, ਦੂਸਰੇ ਦਿਨ ਵੀ ਉਹਨੇ ਕੋਈ ਖਾਸ ਨਹੀਂ ਕਿਹਾ, ਤੀਸਰੇ ਦਿਨ ਉਹ ਭੜਕ ਉੱਠਿਆ, ਜਿਸ ਲਈ ਉਸਨੇ ਇਸ ਚੀਜ਼ ਨੂੰ ਪੁੱਛਿਆ। ਸੋ ਹੁਣ ਅਸੀਂ 28 ਆਇਤ ਤੇ ਆ ਗਏ। 28 ਆਇਤ ਤੋਂ ਲੈ ਕੇ ਅਸੀਂ ਇਸ ਦੀ ਬ੍ਰਦਰ ਜੀ 42 ਆਇਤ ਤੱਕ ਪੜ੍ਹਦੇ। ਮੈਂ ਪੜ੍ਹ ਦੇਣਾ ਪਾਸਟਰ ਜੀ। ਹਾਂਜੀ, ਇਹ ਤੁਸੀਂ ਬ੍ਰਦਰ ਹੋਣਾ ਨੂੰ ਪੜ੍ਹ ਲਓ, ਅਗਲੇ ਚੈਪਟਰ ਚ ਮੈਂ ਤੁਹਾਨੂੰ ਦੇ ਦਿੰਦਾ। ਹਾਂਜੀ, ਕਰ ਦਿਓ ਖਤਮ ਤੁਸੀਂ ਇਸ ਨੂੰ। ਆਪਾਂ 28 ਤੋਂ ਸ਼ੁਰੂ ਕਰਨਾ ਪਾਸਟਰ ਜੀ। 28 ਤੋਂ, ਹਾਂ। ਓਕੇ। ਯੋਨਾਥਨ ਨੇ ਉੱਤਰ ਦਿੱਤਾ, ਉਸਨੇ ਮੇਰੇ ਸਾਹਮਣੇ ਬੇਨਤੀ ਕੀਤੀ ਸੀ ਕਿ ਮੈਨੂੰ ਬੈਤਲਹਿਮ ਜਾਣ ਦੇ। ਉਸਨੇ ਕਿਹਾ ਸੀ ਕਿ ਅੱਜ ਦਾ ਦਿਨ ਸਾਡੇ ਟੱਬਰ ਦੀ ਸਾਲਾਨਾ ਬਲੀ ਦਾ ਦਿਨ ਹੈ ਅਤੇ ਮੇਰੇ ਭਰਾ ਚਾਹੁੰਦੇ ਹਨ ਕਿ ਮੈਂ ਵੀ ਉੱਥੇ ਹਾਜ਼ਰ ਹੋਵਾਂ।
ਸੋ ਜੇਕਰ ਤੇਰੀ ਮੇਰੇ ਤੇ ਕਿਰਪਾ ਹੈ ਤਾਂ ਮੈਨੂੰ ਆਪਣੇ ਭਰਾਵਾਂ ਕੋਲ ਜਾਣ ਦੇ। ਇਹੀ ਕਾਰਨ ਹੈ ਕਿ ਉਹ ਰਾਜਾ ਦੀ ਮੇਜ਼ ਤੇ ਹਾਜ਼ਰ ਨਹੀਂ ਹੈ। ਤਦ ਸਾਊਲ ਦਾ ਗੁੱਸਾ ਯੋਨਾਥਨ ਤੇ ਭੜਕ ਉੱਠਿਆ। ਉਸਨੇ ਯੋਨਾਥਨ ਨੂੰ ਕਿਹਾ, ਤੂੰ ਹਰਾਮ ਦੀ ਔਲਾਦ ਹੈ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪੱਖ ਕਰ ਰਿਹਾ ਹੈ। ਤੂੰ ਇਸ ਤਰ੍ਹਾਂ ਨਾ ਆਪਣਾ ਅਪਮਾਨ ਕਰ ਰਿਹਾ ਹੈ, ਸਗੋਂ ਆਪਣੀ ਮਾਂ ਦੇ ਪੀਤੇ ਦੁੱਧ ਉੱਤੇ ਵੀ ਧੱਬਾ ਲਾ ਰਿਹਾ ਹੈ। ਕੀ ਤੂੰ ਜਾਣਦਾ ਨਹੀਂ, ਜਦੋਂ ਤੱਕ ਦਾਊਦ ਜਿਉਂਦਾ ਹੈ ਤੇਰਾ ਰਾਜ ਇਸ ਦੇਸ਼ ਤੇ ਕਦੇ ਨਹੀਂ ਹੋ ਸਕਦਾ ਹੈ। ਤੂੰ ਜਾ ਅਤੇ ਉਸ ਨੂੰ ਬੰਦੀ ਬਣਾ ਕੇ ਲਿਆ, ਉਸ ਦਾ ਮਾਰੇ ਜਾਣਾ ਜ਼ਰੂਰੀ ਹੈ। ਯੋਨਾਥਨ ਨੇ ਉੱਤਰ ਦਿੱਤਾ, ਪਰ ਕਿਉਂ? ਉਸ ਦਾ ਮਾਰੇ ਜਾਣਾ ਕਿਉਂ ਜ਼ਰੂਰੀ ਹੈ? ਉਸਨੇ ਕੀ ਅਪਰਾਧ ਕੀਤਾ? ਉਸ ਸਮੇਂ ਸਾਊਲ ਨੇ ਆਪਣਾ ਭਾਲਾ ਯੋਨਾਥਨ ਵੱਲ ਸੁੱਟਿਆ ਅਤੇ ਯੋਨਾਥਨ ਜਾਣ ਗਿਆ ਕਿ ਸੱਚਮੁੱਚ ਉਸਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ ਹੈ। ਸੋ ਯੋਨਾਥਨ ਤੁਰੰਤ ਖਾਣੇ ਦੀ ਮੇਜ਼ ਤੋਂ ਉੱਠ ਗਿਆ ਤੇ ਉਸਨੇ ਪੂਰੇ ਚੰਦ ਵਾਲੇ ਤਿਉਹਾਰ ਦੇ ਦੂਜੇ ਦਿਨ ਕੁਝ ਨਾ ਖਾਧਾ। ਉਹ ਦਾਊਦ ਦੇ ਲਈ ਬਹੁਤ ਦੁਖੀ ਸੀ, ਕਿਉਂਕਿ ਉਸਦੇ ਪਿਤਾ ਨੇ ਉਸਦਾ ਅਪਮਾਨ ਕੀਤਾ ਸੀ। ਅਗਲੀ ਸਵੇਰੇ ਯੋਨਾਥਨ ਦਾਊਦ ਨੂੰ ਦਿੱਤੇ ਵਚਨ ਅਨੁਸਾਰ ਖੇਤਾਂ ਵੱਲ ਗਿਆ। ਉਹ ਆਪਣੇ ਨਾਲ ਇੱਕ ਨੌਕਰ ਨੂੰ ਲੈ ਕੇ ਗਿਆ। ਉਸਨੇ ਨੌਕਰ ਨੂੰ ਕਿਹਾ, ਤੂੰ ਦੌੜ ਕੇ ਜਾ ਕੇ ਜੋ ਤੀਰ ਮੈਂ ਚਲਾਵਾਂਗਾ ਵਾਪਸ ਲੈ ਕੇ ਆਉਣਾ। ਨੌਕਰ ਉਸਦੇ ਕਹੇ ਅਨੁਸਾਰ ਦੌੜਿਆ ਅਤੇ ਯੋਨਾਥਨ ਨੇ ਉਸ ਤੋਂ ਅਗਲੇ ਪਾਸੇ ਤੀਰ ਚਲਾਇਆ। ਜਦੋਂ ਨੌਕਰ ਉੱਤੇ ਪਹੁੰਚਿਆ ਤਾਂ ਯੋਨਾਥਨ ਨੇ ਉੱਚੀ ਦਿੱਤੀ ਪੁਕਾਰ ਕੇ ਕਿਹਾ, ਦੇਖ, ਤੀਰ ਤੇਰੇ ਤੋਂ ਅਰਲੇ ਪਾਸੇ ਹਨ। ਤੂੰ ਇੱਥੇ ਖੜਾ ਨਾ ਹੋ, ਛੇਤੀ ਕਰ। ਸੋ ਨੌਕਰ ਨੇ ਜਾ ਕੇ ਤੀਰ ਚੁੱਕੇ ਅਤੇ ਆਪਣੇ ਮਾਲਕ ਨੂੰ ਲਿਆ ਦੇ ਦਿੱਤੇ। ਉਹ ਨੌਕਰ ਇਹ ਸਭ ਦਾ ਅਰਥ ਨਹੀਂ ਜਾਣਦਾ ਸੀ, ਕੇਵਲ ਯੋਨਾਥਨ ਅਤੇ ਦਾਊਦ ਹੀ ਇਸ ਬਾਰੇ ਜਾਣਦੇ ਸਨ। ਫਿਰ ਯੋਨਾਥਨ ਨੇ ਆਪਣੇ ਹਥਿਆਰ ਉਸ ਨੌਕਰ ਨੂੰ ਦੇ ਕੇ ਕਿਹਾ, ਤੂੰ ਇਹ ਲੈ ਕੇ ਨਗਰ ਨੂੰ ਵਾਪਸ ਮੁੜ ਜਾ। ਜਦੋਂ ਨੌਕਰ ਚਲਾ ਗਿਆ ਤਾਂ ਦਾਊਦ ਪੱਥਰਾਂ ਦੇ ਓਲਿਓਂ ਉੱਠ ਕੇ ਸਾਹਮਣੇ ਆ ਗਿਆ। ਉਸਨੇ ਨਿਉ ਕੇ 3 ਵਾਰ ਯੋਨਾਥਨ ਨੂੰ ਪ੍ਰਣਾਮ ਕੀਤਾ। ਫਿਰ ਉਹ ਦੋਵੇਂ ਗਲੇ ਲੱਗ ਕੇ ਰੋਏ ਅਤੇ ਇੱਕ ਦੂਜੇ ਨੂੰ ਚੁੰਮਣ ਲੱਗੇ। ਦਾਊਦ ਦਾ ਮਨ ਯੋਨਾਥਨ ਤੋਂ ਵੀ ਅਧਿਕ ਦੁਖੀ ਸੀ। ਤਦ ਯੋਨਾਥਨ ਨੇ ਦਾਊਦ ਨੂੰ ਕਿਹਾ, ਪਰਮੇਸ਼ਵਰ ਤੇਰੇ ਨਾਲ ਹੋਵੇ। ਪ੍ਰਭੂ ਜ਼ਰੂਰ ਮੇਰੇ ਤੇ ਤੇਰੇ ਵਿੱਚ ਉਸ ਦੇ ਨਾਂ ਤੇ ਹੋਈ ਪ੍ਰਤਿੱਗਿਆ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਪੂਰਾ ਕਰੇਗਾ। ਇਸ ਦੇ ਪਿੱਛੋਂ ਦਾਊਦ ਚਲਾ ਗਿਆ ਅਤੇ ਯੋਨਾਥਨ ਵਾਪਸ ਨਗਰ ਨੂੰ ਮੁੜ ਗਿਆ। ਔਰ ਇਸ ਕਰਕੇ, ਇਸ ਪ੍ਰਤਿੱਗਿਆ ਦੇ ਕਰਕੇ, ਜਿਸ ਵੇਲੇ ਰਾਜ 2 ਹਿੱਸਿਆਂ ਦੇ ਵਿੱਚ ਵੰਡ ਹੋ ਗਿਆ ਸੀ, ਇੱਕ ਇਜ਼ਰਾਈਲ ਬਣ ਗਿਆ ਸੀ ਔਰ ਦੂਸਰੇ ਨੂੰ ਯਹੂਦਾ ਕਿਹਾ ਜਾਂਦਾ ਸੀ, ਯਹੂਦੀਆ ਕਿਹਾ ਜਾਂਦਾ ਸੀ। ਜਿਸ ਵੇਲੇ 2 ਹਿੱਸਿਆਂ ਦੇ ਵਿੱਚ ਰਾਜ ਵੰਡ ਹੋ ਗਿਆ ਤੇ ਇੱਧਰਲੇ ਪਾਸੇ ਦਾਊਦ ਜਿਹੜਾ ਸੀਗਾ ਉਹ ਯਹੂਦਾ ਦੇ ਖਾਨਦਾਨ ਦਾ ਸੀਗਾ, ਯਹੂਦਾ ਦੇ ਖਾਨਦਾਨ ਦਾ ਸੀ। ਉਹਨਾਂ ਦੇ ਨਾਲ ਜਿਹੜੀ ਦੂਸਰੀ ਟ੍ਰਾਈਬ ਸੀਗੀ ਉਹ ਬਿਨਯਾਮੀਨ ਦੀ ਸੀ ਤੇ ਅੱਧੀ ਟ੍ਰਾਈਬ ਲੇਵੀਆਂ ਦੀ ਸੀ। ਇਹਨਾਂ ਉੱਤੇ ਜਿਹੜਾ ਰਾਜ ਉਹ ਯਹੂਦੀਆ ਦਾ ਹੋਇਆ ਸੀ। ਸੋ ਉਸਨੇ ਹਮੇਸ਼ਾ ਬਿਨਯਾਮੀਨ ਦੇ ਕਬੀਲੇ ਦਾ ਜਿਹੜਾ ਕੀਤਾ ਵਾਅਦਾ ਉਸਨੂੰ ਪੂਰਾ ਕੀਤਾ। ਇਹਦੇ ਐਂਡ ਦੇ ਵਿੱਚ ਹੁਣ ਤੁਸੀਂ ਸਾਮ 22 ਲਿਖ ਲਓ। 21 ਚੈਪਟਰ ਤੋਂ ਪਹਿਲਾਂ ਸਾਮ 22 ਔਰ 20 ਚੈਪਟਰ ਤੋਂ ਪਹਿਲਾਂ ਸਾਮ 25। ਆਓ ਹੁਣ ਅਸੀਂ 21ਵਾਂ ਚੈਪਟਰ ਦੇਖਾਂਗੇ। ਹਾਂ ਬ੍ਰਦਰ ਜੀ, ਤੁਸੀਂ ਪੜ੍ਹਦੇ ਹੋ ਸਿਰਫ 15 ਮਿੰਟ। ਹਾਂਜੀ। ਦਾਊਦ ਦਾ ਸ਼ਾਉਲ ਤੋਂ ਫਰਾਰ ਹੋਣਾ। ਤਦ ਦਾਊਦ ਨੋਬ ਦੇ ਪੁਰੋਹਿਤ ਅਹੀਮਲਕ ਕੋਲ ਗਿਆ। ਉਸ ਨੂੰ ਦੇਖ ਕੇ ਅਹੀਮਲਕ ਡਰ ਗਿਆ ਤੇ ਪੁੱਛਿਆ, ਤੂੰ ਇੱਥੇ ਇਕੱਲਾ ਕਿਉਂ ਆਇਆ ਹੈ? ਦਾਊਦ ਨੇ ਉਸ ਨੂੰ ਉੱਤਰ ਦਿੱਤਾ, ਮੈਨੂੰ ਰਾਜਾ ਨੇ ਕਿਸੇ ਖਾਸ ਕੰਮ ਘੱਲਿਆ ਹੈ। ਉਸ ਦੀ ਆਗਿਆ ਹੈ ਕਿ ਇਹ ਕੰਮ ਬਾਰੇ ਕੋਈ ਨਾ ਜਾਣੇ, ਇਸ ਲਈ ਮੈਂ ਆਪਣੇ ਆਦਮੀਆਂ ਨੂੰ ਕਿਸੇ ਥਾਂ ਤੇ ਬਿਠਾ ਕੇ ਆਇਆ ਹਾਂ। ਤੇਰੇ ਕੋਲ ਕੁਝ ਖਾਣ ਲਈ ਹੈ? ਤੂੰ ਮੈਨੂੰ 5 ਰੋਟੀਆਂ ਜਾਂ ਕੁਝ ਹੋਰ ਹੈ ਤਾਂ ਦੇ। ਪੁਰੋਹਿਤ ਨੇ ਉੱਤਰ ਦਿੱਤਾ, ਮੇਰੇ ਕੋਲ ਸਧਾਰਨ ਰੋਟੀ ਨਹੀਂ ਹੈ, ਕੇਵਲ ਪਵਿੱਤਰ ਰੋਟੀ ਹੈ। ਜੇਕਰ ਤੇਰੇ ਆਦਮੀ ਪਿਛਲੇ ਥੋੜੇ ਚਿਰ ਤੋਂ ਔਰਤ ਕੋਲ ਨਹੀਂ ਗਏ ਅਤੇ ਸ਼ੁੱਧ ਹਨ ਤਾਂ ਉਹ ਇਹ ਖਾ ਸਕਦੇ ਹਨ। ਦਾਊਦ ਨੇ ਉੱਤਰ ਦਿੱਤਾ, ਉਹ ਸ਼ੁੱਧ ਹਨ। ਅਸੀਂ ਤਾਂ ਹਮੇਸ਼ਾ ਸਧਾਰਨ ਸਫ਼ਰ ਤੇ ਜਾਣ ਵੇਲੇ ਹੀ ਸ਼ੁੱਧ ਰਹਿੰਦੇ ਹਾਂ, ਤਾਂ ਫਿਰ ਇਸ ਖਾਸ ਸਫ਼ਰ ਵਿੱਚ ਤਾਂ ਅਸੀਂ ਹੋਰ ਵੀ ਸ਼ੁੱਧ ਹਾਂ। ਸੋ ਉਸ ਦਿਨ ਪੁਰੋਹਿਤ ਨੇ ਦਾਊਦ ਨੂੰ ਪਵਿੱਤਰ ਰੋਟੀਆਂ ਜੋ ਪਰਮੇਸ਼ਰ ਸਾਹਮਣੇ ਭੇਟ ਕੀਤੀਆਂ ਗਈਆਂ ਦਿੱਤੀਆਂ ਸਨ, ਕਿਉਂਕਿ ਉਸ ਸਮੇਂ ਉੱਥੇ ਆਮ ਰੋਟੀਆਂ ਨਹੀਂ ਸਨ। ਦਾਊਦ ਨੂੰ ਦੇਣ ਦੇ ਪਿੱਛੋਂ ਪੁਰੋਹਿਤ ਨੇ ਤਾਜ਼ੀਆਂ ਰੋਟੀਆਂ ਪਵਿੱਤਰ ਮੇਜ਼ ਉੱਤੇ ਰੱਖ ਦਿੱਤੀਆਂ। ਉਸ ਦਿਨ ਸ਼ਾਉਲ ਦਾ
ਪ੍ਰਮੁੱਖ ਪਸ਼ੂ ਚਾਰਨ ਵਾਲਾ ਅਦੋਮ ਦਾ ਰਹਿਣ ਵਾਲਾ ਦੋਏ ਉੱਥੇ ਸੀ, ਜੋ ਆਪਣੀ ਕੋਈ ਸੁਖਣਾ ਪੂਰੀ ਕਰਨ ਲਈ ਉੱਥੇ ਠਹਿਰਿਆ ਹੋਇਆ ਸੀ। ਦਾਊਦ ਨੇ ਅਹੀ ਮਾਲਕ ਪ੍ਰੋਹਿਤ ਨੂੰ ਪੁੱਛਿਆ ਕਿ ਤੇਰੇ ਕੋਲ ਇੱਥੇ ਕੋਈ ਵਰਸ਼ਾ ਜਾਂ ਤਲਵਾਰ ਹੈ? ਮੈਂ ਰਾਜਾ ਦੇ ਇਸ ਜ਼ਰੂਰੀ ਕੰਮ ਲਈ ਆਉਣ ਲੱਗਿਆ ਕੋਈ ਹਥਿਆਰ ਆਪਣੇ ਨਾਲ ਲਿਆਉਣਾ ਭੁੱਲ ਗਿਆ ਹਾਂ। ਅਹੀ ਮਾਲਕ ਨੇ ਉੱਤਰ ਦਿੱਤਾ, ਫਲਿਸਤੀ ਗੋਲੀਅਥ ਦੀ ਤਲਵਾਰ ਇੱਥੇ ਕੱਪੜੇ ਵਿੱਚ ਲਪੇਟੀ 에ਫੋਦ ਦੇ ਪਿੱਛੇ ਪਈ ਹੈ, ਜਿਸ ਨੂੰ ਤੂੰ ਏਲਾ ਦੀ ਵਾਦੀ ਵਿੱਚ ਮਾਰਿਆ ਸੀ। ਜੇਕਰ ਤੂੰ ਚਾਹੇ ਤਾਂ ਉਹ ਲੈ ਸਕਦਾ ਹੈ, ਕਿਉਂਕਿ ਹੋਰ ਕੋਈ ਹਥਿਆਰ ਇੱਥੇ ਨਹੀਂ ਹੈ। ਦਾਊਦ ਨੇ ਉੱਤਰ ਦਿੱਤਾ, ਉਸ ਵਰਗਾ ਹੋਰ ਹਥਿਆਰ ਹੈ ਹੀ ਕਿਹੜਾ? ਤੂੰ ਉਹ ਹੀ ਮੈਨੂੰ ਦੇ ਦੇ। ਸੋ ਦਾਊਦ ਉਸ ਦਿਨ ਨੱਠ ਕੇ ਗਥ ਦੇ ਰਾਜਾ ਅਕੀਸ਼ ਕੋਲ ਚਲਾ ਗਿਆ। ਰਾਜਾ ਦੇ ਦਰਬਾਰੀਆਂ ਨੇ ਉਸ ਨੂੰ ਕਿਹਾ ਕਿ ਇਹ ਆਪਣੇ ਦੇਸ਼ ਦਾ ਰਾਜਾ ਨਹੀਂ। ਜਿਸ ਬਾਰੇ ਔਰਤਾਂ ਨੇ ਨੱਚਦੇ ਸਮੇਂ ਗਾਇਆ ਸੀ, ਸ਼ਾਉਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10,000 ਤੇ ਭਾਰੂ ਪਿਆ ਹੈ। ਪਰ ਦਾਊਦ ਇਹ ਗੱਲਾਂ ਸੁਣ ਕੇ ਘਬਰਾ ਗਿਆ ਅਤੇ ਉਹ ਰਾਜਾ ਅਕੀਸ਼ ਤੋਂ ਡਰਨ ਲੱਗਾ। ਇਸ ਲਈ ਉਹ ਜਾਣ ਬੁੱਝ ਕੇ ਰਾਜਾ ਦੇ ਦਰਬਾਰੀਆਂ ਸਾਹਮਣੇ ਪਾਗਲ ਬਣ ਗਿਆ। ਉਹ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਸੀ, ਅਰਥਾਤ ਡਿਊਟੀ ਦੇ ਬੂਹਿਆਂ ਉੱਤੇ ਲੀਕ ਮਾਰਦਾ ਅਤੇ ਆਪਣੀ ਦਾੜੀ ਉੱਤੇ ਲਾਲਾਂ ਵਗਾਉਂਦਾ ਸੀ। ਤਦ ਰਾਜਾ ਨੇ ਆਪਣੇ ਦਰਬਾਰੀਆਂ ਨੂੰ ਕਿਹਾ, ਇਹ ਮਨੁੱਖ ਤਾਂ ਪਾਗਲ ਹੈ, ਤੁਸੀਂ ਇਸ ਨੂੰ ਮੇਰੇ ਕੋਲ ਕਿਉਂ ਲਿਆਏ ਹੋ? ਮੇਰੇ ਕੋਲ ਅੱਗੇ ਪਾਗਲਾਂ ਦਾ ਘਾਟਾ ਹੈ, ਤੁਸੀਂ ਮੈਨੂੰ ਚੜਾਉਣ ਲਈ ਇੱਕ ਹੋਰ ਪਾਗਲ ਕਿਉਂ ਲੈ ਆਏ ਹੋ? ਇਸ ਤਰ੍ਹਾਂ ਦਾ ਆਦਮੀ ਮੇਰੇ ਘਰ ਅੰਦਰ ਨਹੀਂ ਆ ਸਕਦਾ। ਬੜੇ ਸੋਹਣੇ ਜਾਣ ਤੇ ਸ਼ੀਸ਼ ਬਰਕਤ ਸਰ। ਦੇਖੋ ਕਿੰਨਿਆਂ ਦੁੱਖਾਂ ਦੇ ਵਿੱਚ ਕੀ ਗੁਜ਼ਰਿਆ। ਹੁਣ ਜਿਸ ਲਈ ਉਸ ਜ਼ਬੂਰਾਂ ਦੇ ਵਿੱਚ ਲਿਖਦਾ ਕਿ ਉਹ ਸਾਨਾਂ ਦੇ ਵਾਂਗ ਮੇਰੇ ਪਿੱਛੇ ਪਿਆ, ਉਹ ਸ਼ੇਰਾਂ ਦੇ ਵਾਂਗ ਮੇਰੇ ਪਿੱਛੇ ਪਿਆ, ਉਹ ਪਾਗਲ ਕੁੱਤਿਆਂ ਦੇ ਵਾਂਗ ਮੇਰੇ ਪਿੱਛੇ ਪਿਆ। ਤੇ ਇੱਥੋਂ ਸਾਨੂੰ ਪਤਾ ਲੱਗਦਾ ਕਿ ਉਹ ਇਸ ਤਰ੍ਹਾਂ ਕਿਉਂ ਲਿਖਦਾ। ਠੀਕ, ਇਹ ਜ਼ਬੂਰ ਜਿਹੜੇ ਹੈਗੇ ਆ, ਇਹ ਕੋਈ ਮੰਤਰ ਨਹੀਂ ਹੈਗੇ ਕਿ ਅਸੀਂ ਜਿਸ ਆਹ ਕੰਮ ਤੇ ਆਹ ਜ਼ਬੂਰ ਪੜ੍ਹ ਲਓ, ਉਹ ਅਤੇ ਉਹ ਜ਼ਬੂਰ ਪੜ੍ਹ ਲਓ, ਏਦਾਂ ਹੈ ਤੇ ਆਹ ਜ਼ਬੂਰ ਪੜ੍ਹ ਲਓ। ਪ੍ਰਭੂ ਤੁਹਾਨੂੰ ਆਪਣੇ ਜ਼ਬੂਰ ਦੇਗਾ, ਆਪਣੀ ਜ਼ਿੰਦਗੀ ਤੋਂ ਦੇਗਾ। ਸੋ ਇਹ ਜਿਸ ਲਈ ਅਸੀਂ ਇਹਨਾਂ ਦੇ ਵਿੱਚ ਦੇਖਦੇ ਪਏ ਹਾਂ ਨਾ, ਤੇ ਇਹ ਅਸੀਂ ਉਹ ਜਿਹੜੇ ਜ਼ਬੂਰ ਪੜ੍ਹਨੇ ਆ ਉਹਨਾਂ ਦੇ ਵਿੱਚ ਦੇਖਿਓ ਉਸਨੇ ਕੀ ਕੁਛ ਕਿਹਾ। ਸੋ ਹੁਣ ਉਹ ਅਕੀਸ਼ ਦੇ ਰਾਜੇ ਦੇ ਕੋਲ ਪਹੁੰਚ ਗਿਆ, ਔਰ ਉਹ ਜਿਹੜੇ ਰਾਜੇ ਸੀਗੇ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ 5-5, 7-7 ਪਿੰਡਾਂ ਦੇ ਉੱਤੇ ਕਨਾਨੀਆਂ ਦਾ ਰਾਜ ਸੀ। ਇੱਕ ਰਾਜਾ ਉਹਨਾਂ ਦਾ ਹੁੰਦਾ ਸੀ, ਪਰ ਜਿਸ ਲਈ ਉਹ ਲੜਦੇ ਸੀ ਤਾਂ ਫਿਰ ਉਹ ਇਕੱਠੇ ਹੋ ਜਾਂਦੇ ਸੀ, ਤਾਂ ਫਿਰ ਉਹ ਫਿਲਿਸਤੀਨ ਬਣ ਜਾਂਦੇ ਸੀਗੇ ਕਿ ਫਿਲਿਸਤੀ ਆ ਗਏ। ਪਰ ਉਦਾਂ ਉਹਨਾਂ ਦਾ ਆਪਣਾ ਆਪਣਾ ਛੋਟੇ ਰਾਜ ਸੀ। ਸੋ ਉਸਨੇ ਸੋਚਿਆ ਕਿ ਮੈਂ ਰਾਜਾ ਅਕੀਸ਼ ਦੇ ਕੋਲ ਦੌੜ ਜਾ, ਗੱਤ ਦੇ ਵਿੱਚ ਚਲ ਜਾਂਦਾ। ਲੇਕਿਨ ਉੱਥੇ ਜਾ ਕੇ ਉਸਨੇ ਕੀ ਦੇਖਿਆ, ਉਹ ਕਿਹਾ ਇਹਨੇ ਤਾਂ ਸਾਡਾ, ਕਿਉਂਕਿ ਉਹ ਵੀ ਗੱਤ ਦਾ ਹੀ ਸੀਗਾ ਨਾ ਜਿਹਨੂੰ ਮਾਰਿਆ, ਜਿਹੜਾ ਜਿਸ ਲਈ ਅਸੀਂ ਗੁਲਾਇਤ ਨੂੰ ਦੇਖਦੇ ਹਾਂ, ਉਹ ਵੀ ਗੱਤ ਦਾ ਰਹਿਣ ਵਾਲਾ ਸੀ। ਔਰ ਉਹ ਲੋਕ ਪਿੱਛੇ ਆਏ ਆ, ਕੋਈ ਇਹਦਾ ਮਤਲਬ ਜੇ ਇੱਥੇ ਸੂਇਆ ਬੈਠਾ 7ਵੀਂ ਆਇਤ ਦੇ ਵਿੱਚ ਜਿਸਨੇ ਸਾਊਲ ਨੂੰ ਜਾ ਕੇ ਦੱਸਣਾ, ਤੇ ਕੀ ਉਹਨਾਂ ਦੇ ਸੂਏ ਹੈ ਨਹੀਂ ਸੀ ਇਜ਼ਰਾਈਲ ਦੇ ਵਿੱਚ? ਬਿਲਕੁਲ ਸੀ। ਸੋ ਉਹਨਾਂ ਨੇ ਕਿਹਾ ਕਿ ਜਦ ਇਹ ਉਹਨੂੰ ਮਾਰ ਕੇ ਗਿਆ ਸੀ ਤਾਂ ਔਰਤਾਂ ਨੇ ਇਹਦੇ ਲਈ ਗਾਇਆ ਸੀ, ਇਹ ਤਾਂ ਉਹੀ ਆ, ਉਹ ਫੜ ਕੇ ਲਿਆ। ਤੇ ਦਾਊਦ ਪਾਗਲਾਂ ਵਾਂਗੂ ਉੱਥੇ ਕਰਨ ਲੱਗ ਪਿਆ, ਆਪਣੇ ਮੂੰਹ ਚੋਂ ਲਾਲਾਂ ਸੁੱਟਣ ਲੱਗ ਪਿਆ, ਕੰਧਾਂ ਤੇ ਲੀਕਾਂ ਮਾਰਨ ਲੱਗ ਪਿਆ, ਪਾਗਲਾਂ ਵਾਲੀਆਂ ਗੱਲਾਂ ਕਰਨ ਲੱਗ ਪਿਆ। ਉਸਨੇ ਕਿਹਾ ਯਾਰ ਇਹ ਤਾਂ ਪਾਗਲ ਹੈ, ਤੂੰ ਇਹ ਬੰਦਾ ਥੋੜੋ ਆਓ, ਅੱਗੇ ਮੇਰੇ ਕੋਲ ਪਾਗਲਾਂ ਦਾ ਘਾਟਾ, ਤੂੰ ਇੱਕ ਹੋਰ ਲੈ ਆਏ, ਲੈ ਜਾਓ ਲੈ ਜਾਓ। ਸੋ ਉਹ ਉਸਨੂੰ ਲੈ ਕੇ ਚਲੇ, ਉਸਨੂੰ ਜਦੋਂ ਬਾਹਰ ਕੱਢ ਦਿੱਤਾ। ਸੋ ਦਾਊਦ ਨੇ ਥੋੜਾ ਸਮਾਂ ਉੱਥੇ ਬਿਤਾਇਆ, ਥੋੜਾ ਸਮਾਂ, 7 ਸਾਲ ਇਸ ਬੰਦੇ ਨੇ ਧੱਕੇ ਖਾਧੇ। 7 ਸਾਲ ਬਹੁਤ ਹੁੰਦੇ, ਔਰ ਹਾਲੇ ਤਾਂ
ਇੱਕ ਦੋ ਦਿਨ ਹੀ ਆ, ਅੱਗੇ ਅੱਗੇ ਦੇਖਿਓ ਉਸ ਦੇ ਨਾਲ ਕੀ ਹੁੰਦਾ ਦਾਊਦ ਦੇ ਨਾਲ। ਆਓ ਅਸੀਂ 22ਵੇਂ ਭਾਵ ਦੇ ਵਿੱਚ ਚੱਲੀਏ। ਹੁਣ ਜਿਹੜਾ ਉਹ ਬੰਦਾ ਉੱਥੇ ਬੈਠਾ ਸੀਗਾ, ਜਿਹੜਾ ਉਸਦਾ ਪਸ਼ੂ ਚਾਰਨ ਵਾਲਾ ਸੀਗਾ, ਜਿਹੜਾ ਸਾਰੇ ਜਾਣੀ ਕਿ ਦੁੱਧ ਦੇਣ ਵਾਲੇ ਪਸ਼ੂਆਂ ਦੀ ਜਿਹਦੀ ਮੇਨ ਜ਼ਿੰਮੇਵਾਰੀ ਸੀ, ਮੇਨ ਜਿਹੜਾ ਚਰਵਾਹਾ ਸੀ, ਉਹ ਤੇ ਬਲੀ ਚੜਾਉਣ ਆਇਆ ਸੀ ਕਿਸੇ ਚੀਜ਼ ਤੇ। ਹੁਣ ਉਸਨੇ ਜਾ ਕੇ ਸਾਊਲ ਨੂੰ ਦੱਸ ਦਿੱਤਾ ਕਿ ਮੈਂ ਦਾਊਦ ਨੂੰ ਉੱਥੇ ਦੇਖਿਆ, ਔਰ ਉਸਨੇ ਜਿਹੜੇ ਉੱਥੇ ਜਿਹੜੇ ਪੁਰੋਹਿਤ ਸੀ ਉਹਨਾਂ ਨੇ ਉਸਦੀ ਮਦਦ ਕੀਤੀ। ਬਾਏ ਦਾ ਵੇ, ਆ ਜਿਹੜੀਆਂ ਉਸਨੇ ਰੋਟੀਆਂ ਖਾਧੀਆਂ, ਇਸਨੂੰ ਸ਼ੋ ਬ੍ਰੈਡ ਕਹਿੰਦੇ ਆ, ਜਿਹੜੀਆਂ ਪ੍ਰਭੂ ਦੇ ਪਵਿੱਤਰ ਜਗ੍ਹਾ ਦੇ ਵਿੱਚ ਰੱਖੀਆਂ ਜਾਂਦੀਆਂ, ਔਰ ਇਹ 24 ਘੰਟੇ ਤੋਂ ਬਾਅਦ ਉੱਥੇ ਤਾਜ਼ੀਆਂ ਰੱਖੀਆਂ ਜਾਂਦੀਆਂ, ਔਰ ਉਹ ਜਿਹੜੀ ਉੱਥੇ ਬ੍ਰੈਡ ਹੁੰਦੀ ਆ ਉਸਨੂੰ ਸਿਰਫ ਪੁਰੋਹਿਤਾਂ ਦੇ ਖਾਨਦਾਨ ਖਾ ਸਕਦੇ, ਉਹਨਾਂ ਦੇ ਲਈ, ਹੋਰ ਕੋਈ ਨਹੀਂ ਖਾ ਸਕਦਾ। ਤੇ ਪ੍ਰਭੂ ਯਿਸੂ ਨੇ ਇਹ ਪੁੱਛਿਆ ਸੀ ਕਿ ਦਾਊਦ ਨੇ ਜਦ ਉੱਥੇ ਜਾ ਕੇ ਰੋਟੀਆਂ ਖਾਧੀਆਂ ਤੇ ਉਹਦੇ ਨਾਲ ਉਹ ਪਵਿੱਤਰ ਨਹੀਂ ਹੋਇਆ? ਅੱਗੇ ਜਾ ਕੇ ਅਸੀਂ ਦੇਖਾਂਗੇ, ਅੱਜ ਨਹੀਂ ਉਹ ਚੀਜ਼ ਦੇਖਾਂਗੇ, ਅੱਗੇ ਜਾ ਕੇ ਦੇਖਾਂਗੇ। ਲੇਕਿਨ ਅੱਜ ਸਾਡਾ ਧਿਆਨ ਉਹਨਾਂ ਪੁਰੋਹਿਤਾਂ ਦੇ ਬਾਰੇ 22ਵੇਂ ਭਾਵ ਤੇ ਅਸੀਂ ਆਤੇ। 22ਵੇਂ ਭਾਵ ਦੇ ਵਿੱਚ ਆਓ ਇਸ ਦੀਆਂ ਪਹਿਲੀਆਂ 15 ਆਇਤ ਜਿਸ ਨੂੰ ਮਿਲ ਜਾਏ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਪੁਰੋਹਿਤ ਦਾ ਕਤਲ ਕੀਤੇ ਜਾਣਾ। ਤਦ ਦਾਊਦ ਗਤ ਤੋਂ ਨੱਠ ਕੇ ਅਦੁਲਾਮ ਦੀ ਗੁਫਾ ਵਿੱਚ ਜਾ ਕੇ ਰਹਿਣ ਲੱਗਾ। ਜਦੋਂ ਉਸਦੇ ਭਰਾਵਾਂ ਅਤੇ ਬਾਕੀ ਦੇ ਘਰ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਸ ਕੋਲ ਉੱਥੇ ਆਏ। ਜਿਨ੍ਹਾਂ ਲੋਕਾਂ ਉੱਤੇ ਅਤਿਆਚਾਰ ਹੋ ਰਿਹਾ ਸੀ, ਜੋ ਕਰਜ਼ਾਈ ਸਨ ਅਤੇ ਆਤਰਕਤ ਸਨ, ਉਹ ਸਭ ਦਾਊਦ ਕੋਲ ਉੱਥੇ ਆ ਗਏ ਅਤੇ ਉਹ ਉਹਨਾਂ ਸਭ ਦਾ ਸਰਦਾਰ ਬਣ ਗਿਆ। ਸਭ ਦੀ ਗਿਣਤੀ ਕੋਈ 400 ਸੀ। ਫਿਰ ਦਾਊਦ ਮਿਸਪੇ ਵਿੱਚ ਮੁਆਬੀ ਰਾਜਾ ਕੋਲ ਗਿਆ ਤੇ ਉਸਨੇ ਰਾਜਾ ਨੂੰ ਕਿਹਾ, ਤੂੰ ਮੇਰੇ ਮਾਤਾ ਪਿਤਾ ਨੂੰ ਆਪਣੇ ਕੋਲ ਉਸ ਸਮੇਂ ਤੱਕ ਰਹਿਣ ਦੇ ਜਦੋਂ ਤੱਕ ਮੈਨੂੰ ਪਰਮੇਸ਼ਵਰ ਕੋਲੋਂ ਪਤਾ ਨਾ ਲੱਗ ਜਾਵੇ ਕਿ ਉਸਦੀ ਮੇਰੇ ਲਈ ਕੀ ਯੋਜਨਾ ਹੈ। ਸੋ ਦਾਊਦ ਨੇ ਆਪਣੇ ਮਾਤਾ ਪਿਤਾ ਨੂੰ ਮੁਆਬ ਦੇ ਰਾਜਾ ਕੋਲ ਛੱਡ ਦਿੱਤਾ ਅਤੇ ਉਹ ਉਸ ਸਮੇਂ ਤੱਕ ਉੱਥੇ ਰਹੇ ਜਦੋਂ ਤੱਕ ਉਹ ਅਦੁਲਾਮ ਦੀ ਗੁਫਾ ਵਿੱਚ ਰਿਹਾ। ਤਦ ਗਾਦ ਨਬੀ ਨੇ ਦਾਊਦ ਨੂੰ ਕਿਹਾ, ਤੂੰ ਇੱਥੇ ਗੁਫਾ ਵਿੱਚ ਲੁਕ ਕੇ ਬੈਠਾ ਨਾ ਰਹਿ, ਤੂੰ ਉੱਠ ਅਤੇ ਯਹੂਦਾ ਦੇ ਦੇਸ਼ ਵਿੱਚ ਜਾ। ਸੋ ਦਾਊਦ ਗੁਫਾ ਤੋਂ ਨਿਕਲ ਯਹੂਦਾ ਵਿੱਚ ਹਾਰਥ ਦੇ ਬਨ ਵਿੱਚ ਚਲਾ ਗਿਆ। ਤਦ ਸਾਊਲ ਨੂੰ ਦਾਊਦ ਦੇ ਬਾਰੇ ਖਬਰ ਮਿਲੀ ਕਿ ਦਾਊਦ ਲੱਭ ਪਿਆ ਹੈ। ਸਾਊਲ ਉਸ ਵੇਲੇ ਰਮਾਹ ਵਿੱਚ ਗਿਬਹਾ ਦੀ ਥਾਂ ਤੇ ਇੱਕ ਰੁੱਖ ਹੇਠ ਆਪਣਾ ਨੇਜਾ ਹੱਥ ਵਿੱਚ ਲਈ ਬੈਠਾ ਸੀ। ਉਸਦੇ ਸੇਵਕ ਉਸ ਵੇਲੇ ਉਸਦੇ ਚਾਰੇ ਪਾਸੇ ਖੜੇ ਸਨ। ਤਦ ਸਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ, ਬਿਨਯਾਮੀਨਿਓ, ਕੀ ਜੱਸੀ ਦਾ ਪੁੱਤਰ ਤੁਹਾਨੂੰ ਸਭ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ ਜਾਂ ਤੁਹਾਨੂੰ ਆਪਣੀ ਸੈਨਾ ਵਿੱਚ ਅਫਸਰ ਬਣਾਵੇਗਾ? ਕਿ ਇਸੇ ਕਾਰਨ ਤੁਸੀਂ ਸਭ ਮੇਰੇ ਵਿਰੁੱਧ ਹੋ ਗਏ ਹੋ? ਕਿਸੇ ਨੇ ਮੈਨੂੰ ਦੱਸਿਆ ਤੱਕ ਨਾ ਕਿ ਮੇਰਾ ਪੁੱਤਰ ਜੱਸੀ ਦੇ ਪੁੱਤਰ ਦੇ ਇੰਨਾ ਨੇੜੇ ਚਲਾ ਗਿਆ ਹੈ। ਇੱਥੋਂ ਤੱਕ ਕਿ ਮੇਰੇ ਪੁੱਤਰ ਨੇ ਹੀ ਮੇਰੇ ਇੱਕ ਨੌਕਰ ਨੂੰ ਇੰਨਾ ਸਿਰ ਤੇ ਚੜਾਇਆ ਕਿ ਉਹ ਅੱਜ ਮੈਨੂੰ ਹੀ ਮਾਰਨ ਦੀ ਉਡੀਕ ਵਿੱਚ ਹੈ। ਅਦੋਮ ਨਿਵਾਸੀ ਦੋਏਗ, ਜੋ ਉਸ ਵੇਲੇ ਸਾਊਲ ਦੇ ਲਾਗੇ ਖੜਾ ਸੀ, ਨੇ ਕਿਹਾ, ਮੈਂ ਦਾਊਦ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਕੋਲ ਆਉਂਦਿਆਂ ਦੇਖਿਆ ਸੀ। ਅਹੀਮਲਕ ਨੇ ਪ੍ਰਭੂ ਤੋਂ ਦਾਊਦ ਬਾਰੇ ਪੁੱਛਿਆ ਅਤੇ ਉਸਨੂੰ ਭੋਜਨ ਤੇ ਫਿਲਿਸਤੀ ਗੋਲੀਅਥ ਦੀ ਤਲਵਾਰ ਦਿੱਤੀ ਸੀ। ਸਾਊਲ ਨੇ ਤੁਰੰਤ ਅਹੀਮਲਕ ਪੁਰੋਹਿਤ ਅਤੇ ਉਸਦੇ ਪਿਤਾ ਦੇ ਸਾਰੇ ਟੱਬਰ ਦੇ ਲੋਕਾਂ ਨੂੰ, ਜੋ ਨੋਬ ਵਿੱਚ ਪ੍ਰੋਤਾਈ ਸੇਵਾ ਕਰਦੇ ਸਨ, ਆਪਣੇ ਕੋਲ ਸੱਦਿਆ। ਤਦ ਸਾਊਲ ਨੇ ਅਹੀਮਲਕ ਨੂੰ ਕਿਹਾ, ਅਹੀਟੂਬ ਦੇ ਪੁੱਤਰ, ਤੂੰ ਕੰਨ ਖੋਲ ਕੇ ਸੁਣ। ਅਹੀਮਲਕ ਨੇ ਉੱਤਰ ਦਿੱਤਾ, ਹਾਂ ਮਹਾਰਾਜ, ਦੱਸੋ। ਇੱਥੇ ਤੱਕ ਪੜ੍ਹਨਾ ਪਾਸਟਰ ਜੀ? ਨਹੀਂ, ਕੀ ਪੂਰੀ 15 ਤੱਕ। ਸਾਊਲ ਨੇ ਅੱਗੇ ਕਿਹਾ, ਤੂੰ ਦਾਊਦ ਦੇ ਨਾਲ ਮਿਲ ਕੇ ਮੇਰੇ ਵਿਰੁੱਧ ਵਿਉਂਤ ਕਿਉਂ ਬਣਾਈ ਹੈ? ਤੂੰ ਉਸਨੂੰ ਭੋਜਨ ਤੇ ਤਲਵਾਰ ਕਿਉਂ ਦਿੱਤੀ? ਤੂੰ ਉਸਦੇ ਲਈ ਪਰਮੇਸ਼ਵਰ ਤੋਂ ਵੀ ਸਲਾਹ ਲਈ? ਇਹ ਸਭ ਚੀਜ਼ਾਂ ਲੈ ਕੇ ਉਹ ਮੇਰੇ ਵਿਰੁੱਧ ਉੱਠਿਆ ਕਿ ਉਹ ਮੇਰੀ ਜਾਨ ਲਵੇ। ਅਹੀਮਲਕ ਨੇ ਉੱਤਰ ਦਿੱਤਾ, ਦਾਊਦ ਤਾਂ ਤੁਹਾਡਾ ਇੱਕ ਵਿਸ਼ਵਾਸੀ ਅਫਸਰ ਹੈ, ਉਹ ਤੁਹਾਡਾ ਜਵਾਈ ਹੈ, ਤੁਹਾਡੀ ਸੁਰੱਖਿਆ ਵਾਲੇ ਦਲ ਦਾ ਸਰਦਾਰ ਹੈ, ਉਸਦਾ ਤੁਹਾਡੇ ਹਰ ਦਰਬਾਰੀ ਆਦਰ ਕਰਦਾ ਹੈ। ਫਿਰ ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਮੈਂ ਉਸਦੇ ਲਈ ਪਰਮੇਸ਼ਵਰ ਤੋਂ ਸਲਾਹ ਲਈ ਹੈ। ਸੋ ਮਹਾਰਾਜ, ਜਿੱਥੋਂ ਤੱਕ ਤੁਹਾਡੇ ਵਿਰੁੱਧ ਵਿਉਂਤ ਬਣਾਉਣ ਦਾ ਪ੍ਰਸ਼ਨ ਹੈ, ਮੈਂ ਅਤੇ ਮੇਰੇ ਟੱਬਰ ਦੇ ਲੋਕ ਇਸ ਬਾਰੇ ਕੁਝ ਨਹੀਂ ਜਾਣਦੇ ਹਾਂ। ਇਸ ਬਾਰੇ ਕੁਝ ਨਹੀਂ ਜਾਣਦੇ। ਹੁਣ ਉਸਨੇ ਆਪਣੇ ਕਬੀਲੇ ਨੂੰ ਇਕੱਠਾ ਕੀਤਾ ਹੈ, ਆਪਣੇ ਕਬੀਲੇ ਨੂੰ ਇਕੱਠਾ ਕੀਤਾ। ਔਰ ਅਗਰ ਦਾਊਦ ਜਿਸ ਵੇਲੇ ਉਹ ਰਾਜਾ ਬਣਿਆ, ਉਹ ਚਾਹੁੰਦਾ ਤਾਂ ਬਿਨਯਾਮੀਨੀਆਂ ਦਾ ਸਫਾਈ ਕਰ ਸਕਦਾ ਸੀ। ਉਹਨਾਂ ਦੀ ਸਫਾਈ ਪਹਿਲਾਂ ਵੀ ਇੱਕ ਵਾਰੀ ਹੋਈ ਸੀ, ਜਿਸ ਵੇਲੇ ਤੁਸੀਂ
ਨਿਆਂਇਆਂ ਦੇ 20 ਚੈਪਟਰ ਤੋਂ ਲੈ ਕੇ 19 ਚੈਪਟਰ ਤੋਂ ਲੈ ਕੇ ਤਾਂ ਅਖੀਰ ਤੱਕ ਪੜ੍ਹਦੇ ਹਾਂ ਤੇ ਉੱਥੇ ਬਿਨਯਾਮੀਨੀਆਂ ਨੂੰ ਬਾਕੀਆਂ ਨੇ ਰਲ ਕੇ ਤਾਂ ਉਹਨਾਂ ਦੀ ਚੰਗੀ ਸਫਾਈ ਕੀਤੀ ਸੀ। ਕੋਈ 400 ਹੀ ਰਹਿ ਗਿਆ ਸੀ, 400-500 ਹੀ ਰਹਿ ਗਿਆ ਸੀ। ਦਾਊਦ ਚਾਹੁੰਦਾ ਤੇ ਕਰ ਸਕਦਾ ਸੀ, ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਸੋ ਹੁਣ ਉਹ ਬਿਨਯਾਮੀਨੀਆਂ ਨੂੰ ਉਹਨਾਂ ਦੇ ਖਿਲਾਫ ਕਹਿੰਦਾ ਪਿਆ ਵੀ ਮੈਂ ਤੁਹਾਡਾ ਰਾਜਾ, ਮੈਂ ਬਿਨਯਾਮੀਨ ਦੇ ਕਬੀਲੇ ਤੋਂ, ਮੈਂ ਤੁਹਾਨੂੰ ਅਫਸਰ ਬਣਾਇਆ, ਮੈਂ ਤੁਹਾਨੂੰ ਬਾਗ ਦਿੱਤੇ, ਮੈਂ ਤੁਹਾਨੂੰ ਉੱਚਾ ਚੁੱਕਿਆ ਤੇ ਹੁਣ ਤੁਸੀਂ ਮੇਰੇ ਖਿਲਾਫ ਹੋ ਗਏ। ਕਿਸੇ ਨੇ ਮੈਨੂੰ ਦੱਸਿਆ ਤੱਕ ਨਹੀਂ ਕਿ ਦਾਊਦ ਤੇ ਮੇਰਾ ਪੁੱਤਰ ਇੰਨੇ ਇੱਕ ਦੂਸਰੇ ਦੇ ਲਾਗੇ ਚੱਲ ਗਏ, ਇੰਨੀ ਉਹਨਾਂ ਦੇ ਵਿੱਚ ਮਿੱਤਰਤਾ, ਉਹ ਤਾਂ ਭਰਾਵਾਂ ਤੋਂ ਵੀ ਵੱਧ ਬਣ ਗਏ। ਤੁਸੀਂ ਮੈਨੂੰ ਦੱਸਿਆ ਤੱਕ ਨਹੀਂ। ਤਾਂ ਫਿਰ ਜਿਹੜਾ ਪਸ਼ੂ ਚਾਰਨ ਵਾਲਾ ਉੱਥੇ ਗਿਆ ਸੀਗਾ, ਉਸਨੇ ਕਿਹਾ ਕਿ ਮੈਂ ਉਸਨੂੰ ਪੁੱਤਾਂ ਦੇ ਨਾਲ ਦੇਖਿਆ। ਉਸਨੇ ਪੁੱਤਾਂ ਨੂੰ ਸੱਦਿਆ ਔਰ ਉਹਨਾਂ ਨੂੰ ਉਹੀ 3 ਪ੍ਰਸ਼ਨ, ਤੁਸੀਂ ਉਹਨਾਂ ਨੂੰ ਤੂੰ ਭੋਜਨ ਦਿੱਤਾ, ਤੂੰ ਉਸਨੂੰ ਤਲਵਾਰ ਦਿੱਤੀ, ਔਰ ਨੰਬਰ 3 ਤੂੰ ਉਸਦੇ ਲਈ ਪ੍ਰਭੂ ਤੋਂ ਸਲਾਹ ਲਈ ਔਰ ਉਸਨੂੰ ਬਰਕਤ ਦਿੱਤੀ। ਔਰ ਲੋਕਾਂ ਨੂੰ ਹਾਲੇ ਪਤਾ ਨਹੀਂ, ਉਹ ਕਹਿੰਦੇ ਵੀ ਉਹ ਤਾਂ ਤੁਹਾਡਾ ਬਹੁਤ ਕਲੋਜ਼, ਤੁਹਾਡਾ ਜਵਾਈ ਆ, ਅਸੀਂ ਕਿਸ ਤਰ੍ਹਾਂ ਹੀ ਕਰ ਸਕਦੇ, ਜੋ ਕਹੇਗਾ ਅਸੀਂ ਕਰਨਾ। ਲੇਕਿਨ ਹੁਣ ਦੇਖਿਓ ਉਸਨੇ ਕੀ ਕਹਾ। ਕੋਈ ਜਣਾ 16 ਤੋਂ ਲੈ ਕੇ ਇਸ ਚੈਪਟਰ ਦੇ ਐਂਡ ਤੱਕ ਪੜ੍ਹਦਾ ਹੈ। ਮੈਂ ਹੀ ਪੜ੍ਹ ਦਿੰਦੀ ਪਾਸਟਰ ਜੀ। ਹਾਂਜੀ। ਤਦ ਸਾਊਲ ਨੇ ਕ੍ਰੋਧਿਤ ਹੋ ਕੇ ਕਿਹਾ, ਤੂੰ ਅਤੇ ਤੇਰੇ ਪਿਤਾ ਦੇ ਲੋਕ ਜ਼ਰੂਰ ਮਾਰੇ ਜਾਵੋਗੇ। ਸੋ ਉਸਨੇ ਲਾਗੇ ਖੜੇ ਸੁਰੱਖਿਆ ਦਲ ਦੇ ਲੋਕਾਂ ਨੂੰ ਕਿਹਾ, ਤੁਸੀਂ ਇਹਨਾਂ ਪਰਮੇਸ਼ਵਰ ਦੇ ਪੁਰੋਹਿਤਾਂ ਨੂੰ ਕਤਲ ਕਰ ਦੇਵੋ, ਕਿਉਂਕਿ ਇਹ ਵੀ ਦਾਊਦ ਦੇ ਨਾਲ ਮਿਲ ਚੁੱਕੇ ਹਨ। ਇਹ ਜਾਣਦੇ ਹਨ ਕਿ ਦਾਊਦ ਨੱਠ ਰਿਹਾ ਹੈ, ਪਰ ਇਹਨਾਂ ਫਿਰ ਵੀ ਮੈਨੂੰ ਸੂਚਨਾ ਨਾ ਦਿੱਤੀ। ਪਰ ਸੁਰੱਖਿਆ ਦਲ ਦੇ ਲੋਕਾਂ ਨੇ ਪੁਰੋਹਿਤਾਂ ਉੱਤੇ ਹੱਥ ਚੁੱਕਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਨੇ ਅਦੋਮ ਨਿਵਾਸੀ ਦੋਏਗ ਨੂੰ ਕਿਹਾ, ਤੂੰ ਇਹਨਾਂ ਸਭ ਨੂੰ ਕਤਲ ਕਰ ਦੇ। ਦੋਏਗ ਨੇ ਤੁਰੰਤ ਪੁਰੋਹਿਤਾਂ ਉੱਤੇ ਹੱਲਾ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ। ਉਸ ਦਿਨ ਉਸਨੇ 85 ਅਭਿਸ਼ੇਕਤ ਪੁਰੋਹਿਤ ਕਤਲ ਕੀਤੇ। ਤਦ ਸਾਊਲ ਨੇ ਨੋਬ ਨਗਰ ਦੇ ਬਾਕੀ ਦੇ ਰਹਿਣ ਵਾਲਿਆਂ, ਜੋ ਸਭ ਪੁਰੋਹਿਤ ਸਨ, ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਉਸਨੇ ਉਹਨਾਂ ਦੇ ਔਰਤਾਂ, ਬੱਚੇ, ਬਲਦ, ਗਧੇ, ਭੇਡਾਂ ਆਦਿ ਕਤਲ ਕਰਵਾ ਦਿੱਤੇ। ਪਰ ਪੁਰੋਹਿਤ ਅਹੀਮਲਕ ਦਾ ਇੱਕ ਪੁੱਤਰ ਅਬਿਆਥਾਰ ਬਚ ਕੇ ਦਾਊਦ ਕੋਲ ਪਹੁੰਚ ਗਿਆ ਅਤੇ ਉਸਨੇ ਦਾਊਦ ਨੂੰ ਦੱਸਿਆ ਕਿਸ ਤਰ੍ਹਾਂ ਸਾਊਲ ਨੇ ਸਭ ਪੁਰੋਹਿਤਾਂ ਨੂੰ ਕਤਲ ਕਰ ਦਿੱਤਾ ਹੈ। ਦਾਊਦ ਨੇ ਅਬਿਆਥਾਰ ਨੂੰ ਕਿਹਾ, ਮੈਂ ਉਸੇ ਦਿਨ ਜਾਣ ਗਿਆ ਸਾਂ ਕਿ ਅਦੋਮ ਨਿਵਾਸੀ ਦੋਏਗ ਉੱਥੇ ਹੈ ਅਤੇ ਇਹ ਜ਼ਰੂਰ ਜਾ ਕੇ ਸਾਊਲ ਨੂੰ ਖਬਰ ਕਰੇਗਾ। ਸੋ ਇਸ ਤਰ੍ਹਾਂ ਸੱਚਮੁੱਚ ਮੇਰੇ ਹੀ ਕਾਰਨ ਤੇਰੇ ਪਿਤਾ ਦਾ ਸਾਰਾ ਟੱਬਰ ਕਤਲ ਹੋਇਆ ਹੈ। ਹੁਣ ਤੂੰ ਮੇਰੇ ਨਾਲ ਇੱਥੇ ਹੀ ਰਹਿ। ਸਾਊਲ ਸਾਡੇ ਦੋਹਾਂ ਦੇ ਲਹੂ ਦਾ ਧਿਆਇਆ ਹੈ, ਇਸ ਲਈ ਤੂੰ ਮੇਰੇ ਕੋਲ ਸੁਰੱਖਿਅਤ ਰਹੇਂਗਾ। ਸੋ ਇਹ ਚੀਜ਼ ਮੈਂ ਪਹਿਲਾਂ ਤਾਂ ਨਹੀਂ ਜ਼ਿਕਰ ਕੀਤੀ ਕਿ ਇੱਥੇ ਇਹ ਆਉਣੀ ਸੀ। ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਹੌਲੀ ਹੌਲੀ ਦਾਊਦ ਦੇ ਵੱਲ, ਕਿਉਂਕਿ ਉਹ ਗੁਫਾਵਾਂ ਦੇ ਵਿੱਚ ਰਹਿੰਦਾ, ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਰਹਿੰਦਾ। ਔਰ ਅਗਰ ਤੁਸੀਂ ਉੱਥੇ ਜਾ ਕੇ ਦੇਖੋਗੇ, ਉਸ ਇਲਾਕੇ ਦੇ ਵਿੱਚ ਜਾ ਕੇ ਦੇਖੋਗੇ ਤਾਂ ਉਹ ਗੁਫਾਵਾਂ ਜਿਹੜੀਆਂ ਹੈਗੀਆਂ ਉਹ ਕਈ ਹਿੱਸਿਆਂ ਦੇ ਵਿੱਚ ਅੰਦਰ ਬਾਹਰ ਬੰਦ ਹੋ ਜਾਂਦੀਆਂ। ਉੱਥੋਂ ਬੰਦਾ ਫੜਨਾ ਬਹੁਤ ਔਖਾ, ਬਹੁਤ ਔਖਾ ਹੈ। ਉਹ ਇੱਕ ਤਰ੍ਹਾਂ ਦਾ ਜਾਲ ਵਿਛਿਆ। ਔਰ ਉੱਥੇ ਉਹਨਾਂ ਦੇ ਵਿੱਚ ਜਾ ਕੇ ਦਾਊਦ ਲੁਕਿਆ ਔਰ ਉਸਨੇ ਆਪਣੇ ਮਾਂ-ਬਾਪ ਜੋ ਬਜ਼ੁਰਗ ਆ ਉਹਨਾਂ ਨੂੰ ਉਸਨੇ ਦਾਊਦ ਨੇ ਮੁਆਬੀਆਂ ਦੇ ਕੋਲ, ਮੁਆਬੀ ਰਾਜੇ ਦੇ ਕੋਲ ਜਾ ਕੇ ਕਿਹਾ ਕਿ ਤੂੰ ਇਹਨਾਂ ਮੇਰੇ ਮਾਂ-ਬਾਪ ਨੂੰ ਇੱਥੇ ਰੱਖ ਔਰ ਜਦੋਂ ਸਮਾਂ ਆਏਗਾ ਮੈਂ ਇਹਨਾਂ ਨੂੰ ਲੈ ਜਾਵਾਂ। ਮੁਆਬੀਆਂ ਨੇ ਉਹਨਾਂ ਦੇ ਮਾਂ-ਬਾਪ ਨੂੰ ਕਿਉਂ ਰੱਖਿਆ? ਕੁਐਸਚਨ ਇਹ ਹੈ, ਕਿਉਂ ਰੱਖਿਆ? ਕਿਉਂਕਿ ਮੁਆਬੀ ਉਹਨਾਂ ਦੇ ਨਾਨਕੇ, ਰੂਥ ਮੋਆਬ ਤੋਂ ਸੀ, ਉੱਥੋਂ ਰਿਸ਼ਤਾ ਹੈ ਉਹਨਾਂ ਦੇ ਨਾਲ। ਔਰ ਮੁਆਬ ਦੇ ਲੋਕਾਂ ਨੂੰ ਪਤਾ ਕਿ ਜੇ ਦਾਊਦ ਰਾਜਾ ਬਣ ਗਿਆ ਤੇ ਹਮੇਸ਼ਾ ਸਾਡੇ ਵੱਲ ਬੜੇ, ਜਿੱਦਾਂ ਕਿ ਸਾਡੀ ਤੇ ਇਹਨਾਂ ਦੇ ਵਿੱਚ ਹਮੇਸ਼ਾ ਸ਼ਾਂਤੀ ਰਹੇ। ਸੋ ਇਸ ਕਰਕੇ ਉਸਨੇ ਮੁਆਬੀ ਰੂਥ ਜਿੱਥੋਂ ਆਈ ਸੀ ਔਰ ਉਸਦੀ ਜਿਹੜੀ ਦੂਸਰੀ ਭੈਣ, ਉਸਦਾ ਵੀ ਖਾਨਦਾਨ ਉੱਥੇ ਹੈਗਾ, ਉੱਥੇ ਜਾ ਕੇ ਆਪਣੇ ਮਾਂ-ਬਾਪ ਨੂੰ ਛੱਡੇ। ਭਰਾ ਸਾਰੇ ਉੱਥੇ ਚਲੇ ਗਏ,
ਹੋਰ ਜਿਹੜੇ ਉਹਨਾਂ ਦੇ ਖਾਨਦਾਨ ਦੇ ਜਵਾਈ ਸੀ, ਬੱਚੇ ਸੀ, ਸਭ ਉੱਥੇ ਚਲੇ ਗਏ। ਤੇ ਹੋਰ ਜਿਨ੍ਹਾਂ ਦੇ ਉੱਤੇ ਕਰਜ਼ੇ ਸੀਗੇ, ਜਿਹੜੇ ਦੁਖੀ ਸੀਗੇ ਸਾਊਲ ਦੇ ਰਾਜ ਤੋਂ, ਕਿਉਂਕਿ ਸਾਊਲ ਨੇ ਤਾਂ ਆਪਣੇ ਬਿਨਯਾਮੀਨ ਦੇ ਕਬੀਲਿਆਂ ਨੂੰ ਸਭ ਕੁਝ ਦਿੱਤਾ, ਉਸਨੇ ਬਾਕੀ ਦੇ 11 ਕਬੀਲੇ ਤਾਂ ਇਗਨੋਰ ਕੀਤੇ। ਸੋ ਉਹ ਸਾਰੇ ਦਾਊਦ ਦੇ ਕੋਲ ਜਾਣ ਲੱਗੇ, ਔਰ ਥੋੜੇ ਦਿਨਾਂ ਦੇ ਵਿੱਚ ਹੀ ਉਹ 400 ਜਾਣੇ ਹੋ ਗਏ। ਹੁਣ ਹੌਲੀ ਹੌਲੀ ਦਾਊਦ ਦਾ ਜਿਹੜਾ ਦਲ ਆ ਉਹ ਵੱਧਦਾ ਜਾ ਰਿਹਾ। ਲੇਕਿਨ ਦੇਖੋ ਸਾਊਲ ਨੇ ਕੀ ਕੀਤਾ। ਤੁਸੀਂ ਇਸ ਬੰਦੇ ਦਾ ਕੈਰੈਕਟਰ ਦੇਖ ਸਕਦੇ ਹੋ। ਅਗਰ ਇਹੋ ਹੀ ਕੰਮ ਹੁਣ ਉਸਨੇ ਅਭਿਸ਼ੇਕਤ ਜਿਹੜੇ ਪ੍ਰੋਹਤ ਸੀਗੇ ਉਹਨਾਂ ਦੇ ਖਾਨਦਾਨ ਨੂੰ ਖਤਮ ਕਰ ਦਿੱਤਾ, ਤੇ ਪ੍ਰਭੂ ਨੇ ਇਹੋ ਹੀ ਕੰਮ ਕਰਨ ਦੇ ਲਈ ਤਾਂ ਉਹਨੂੰ ਘੱਲਿਆ ਸੀਗਾ। ਜਿਸ ਲਈ ਅਸੀਂ 14ਵੇਂ 15ਵੇਂ ਚੈਪਟਰ ਦੇ ਵਿੱਚ ਦੇਖਦੇ ਹਾਂ, ਪ੍ਰਭੂ ਨੇ ਇਸੇ ਕੰਮ ਦੇ ਲਈ ਤਾਂ ਘੱਲਿਆ ਸੀ। 15ਵੇਂ ਚੈਪਟਰ ਦੇ ਵਿੱਚ ਅਗਰ ਤੁਸੀਂ ਆਓ ਤਾਂ ਉਸ ਵੇਲੇ ਪ੍ਰਭੂ ਨੇ ਉਸਨੂੰ ਕਿਹਾ ਸੀਗਾ, 15ਵੇਂ ਭਾਗ ਦੇ ਵਿੱਚ ਮੇਰੇ ਨਾਲ ਆ ਜਾਓ। ਅਮਾਲੇਕੀ ਲੋਕਾਂ ਦੀ ਜਿੱਥੇ ਕਹਾਣੀ ਹੈ, ਤੇ ਪ੍ਰਭੂ ਨੇ ਬੰਦਾ ਉੱਥੇ ਆਇਆ, ਉਸਨੇ ਸਾਊਲ ਨੂੰ ਕਿਹਾ, ਸੈਮੂਅਲ ਨੇ ਕਿਹਾ ਕਿ ਪ੍ਰਭੂ ਦਾ ਉਸ ਸਮਾਂ ਆ ਗਿਆ, ਜਾ ਕੇ ਅਮਾਲੇਕੀ ਲੋਕਾਂ ਨੂੰ ਖਤਮ ਕਰ ਦਿਓ। ਪ੍ਰਭੂ ਦਾ ਹੁਕਮ। ਪ੍ਰਭੂ ਨੇ ਉਹਨਾਂ ਨੂੰ ਸਜ਼ਾ ਉਹਨਾਂ ਦੇ ਲਈ ਰੱਖੀ ਸੀ, ਪ੍ਰਭੂ ਨੇ ਉਸ ਵੇਲੇ ਸਜ਼ਾ ਨਹੀਂ ਦਿੱਤੀ। ਹੁਣ ਉਹਨਾਂ ਦੀ ਸਜ਼ਾ ਦਾ ਟਾਈਮ ਆ। ਉਹ ਗਿਆ, ਉਸਨੇ ਉੱਥੇ ਜਾ ਕੇ ਜਿਹੜੇ ਚੰਗੇ ਚੰਗੇ ਸਿਪਾਹੀ ਸੀਗੇ ਉਹ ਵੀ ਰੱਖ ਲਏ, ਚੰਗੀਆਂ ਚੰਗੀਆਂ ਭੇਡਾਂ ਵੀ ਰੱਖ ਲਈਆਂ, ਚੰਗੀਆਂ ਚੰਗੀਆਂ ਬੱਕਰੀਆਂ ਵੀ ਰੱਖ ਲਈਆਂ। ਉਸਨੇ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਰਾਜਾ ਸੀਗਾ ਤੇ ਉੱਥੇ ਦੀ ਰਾਣੀ ਸੀਗੀ ਉਹ ਵੀ ਰੱਖ ਲਏ। ਤੇ ਜਿਸਲੇ ਵਾਪਸ ਆਇਆ ਤੇ ਉਹ ਕਹਿੰਦਾ, ਆਪ ਜੀ ਤੂੰ ਗੱਲ ਕਰਕੇ ਆਇਆ, ਤੈਨੂੰ ਕੀ ਹੁਕਮ ਮਿਲਿਆ ਸੀ ਪ੍ਰਭੂ? ਆਖੇ ਨਹੀਂ, ਅਸੀਂ ਉਹਦੇ ਸਾਹਮਣੇ ਬਲੀਆਂ ਚੜਾਉਣੀਆਂ ਸੀ। ਉਸਨੇ ਪ੍ਰਭੂ ਬਲੀਆਂ ਦਾ ਭੁੱਖਾ ਹੈ, ਉਹ ਕੋਈ ਜੈਨ ਨਾ ਆਗਿਆ, ਤੂੰ ਆਗਿਆਕਾਰੀ ਕੀਤੀ ਹੈ ਪ੍ਰਭੂ ਦੀ। ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਕੋਈ ਪ੍ਰਭੂ ਨੇ ਤੈਨੂੰ ਛੱਡ ਦਿੱਤਾ ਹੈ। ਔਰ ਜਿਸ ਵੇਲੇ ਸੈਮੂਅਲ ਮੁੜਿਆ ਤੇ ਉਸਨੇ ਸੈਮੂਅਲ ਦਾ ਚੋਗਾ ਫੜ ਲਿਆ ਜਿਹੜਾ ਫਟ ਗਿਆ। ਉਸਨੇ ਕਿਹਾ, ਯੂ ਆਰ ਡਨ, ਹੁਣ ਤੂੰ ਲਿਆ ਆਇਆ, ਤੇਰਾ ਰਾਜ, ਤੂੰ 1000 ਸਾਲ ਤੱਕ ਤੇਰੇ ਟੱਬਰ ਨੇ ਰਾਜ ਕਰਨਾ ਸੀ, ਪਰ ਹੁਣ ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ, ਔਰ ਹੁਣ ਤੇਰੇ ਗੁਆਂਢੀ ਨੂੰ ਦਏਗਾ, ਤੇਰੇ ਗੁਆਂਢੀ ਨੂੰ। ਜਿੱਦਾਂ ਹੁਣ ਪ੍ਰੋਹਤ ਮਾਰੇ ਸਾਰੇ, ਤੇ ਜੇ ਇਹੋ ਹੀ ਕੰਮ ਇੱਥੇ ਕਰ ਲੈਂਦਾ ਤੇ ਬਰਕਤ ਨਾ ਪਾਉਂਦਾ। ਵਿਚਾਰਾ ਇੱਕ ਦੌੜ ਕੇ ਬਚਿਆ ਸਾਰੇ ਖਾਨਦਾਨ ਚ, ਸਾਰੇ ਖਾਨਦਾਨ। ਪ੍ਰਭੂ ਦੇ ਪ੍ਰੋਹਤ ਜਿਨ੍ਹਾਂ ਨੂੰ ਛੂਹਣ ਦੇ ਲਈ, ਉਹਨਾਂ ਤੇ ਹੱਥ ਚੁੱਕਣ ਦੇ ਤੇ ਵੀ ਮਨਾਹੀ ਸੀ, ਉਸਨੇ ਉਹਨਾਂ ਦਾ ਖੂਨ ਵਹਾਇਆ। ਇਹ ਹੈ ਗਿਰਾਵਟ ਦੀ ਨਿਸ਼ਾਨੀ, ਇਹ ਹੈ ਗਿਰਾਵਟ ਦੀ ਨਿਸ਼ਾਨੀ। ਔਰ ਇਸ ਕਰਕੇ ਇਸ ਦੀ ਮੌਤ ਬਹੁਤ ਬੁਰੀ, ਇਸ ਦੀ ਮੌਤ ਬਹੁਤ ਬੁਰੀ ਹੋਈ। ਆਓ ਹੁਣ ਅਸੀਂ ਜਿਹੜੇ ਬਾਕੀ ਦੇ 3 ਸਾਮ ਉਹਨਾਂ ਨੂੰ ਦੇਖੀਏ, ਔਰ ਅਸੀਂ ਇਹਨਾਂ ਨੂੰ ਫਿਰ ਇਹਨਾਂ ਦੀ ਜਗ੍ਹਾ ਦੇ ਉੱਤੇ ਲੈ ਕੇ ਆਵਾਂਗੇ। ਕੋਈ ਇਹਨਾਂ ਸਾਮ 11 ਪੰਨਾ 834 ਪੜ੍ਹੇ, ਉਸ ਦੀਆਂ 7 ਆਇਤਾਂ। ਆਓ ਹਾਂਜੀ। ਮੈਂ ਪ੍ਰਭੂ ਕੋਲ ਸ਼ਰਨ ਲਈ ਹਾਂ। ਤੁਸੀਂ ਮੈਨੂੰ ਕਿਸ ਤਰ੍ਹਾਂ ਕਹਿ ਸਕਦੇ ਹੋ, ਪੰਛੀ ਵਾਂਗੂ ਪਹਾੜਾਂ ਤੇ ਉੱਡ ਜਾ, ਕਿਉਂਕਿ ਦੁਸ਼ਟਾਂ ਨੇ ਆਪਣੇ ਤੀਰ ਕਮਾਨ ਖਿੱਚ ਰੱਖੇ ਹਨ। ਉਹਨਾਂ ਨੇ ਭਲੇ ਲੋਕਾਂ ਦੀਆਂ ਛਾਤੀਆਂ ਬਿੰਨਣ ਲਈ ਆਪਣੇ ਤੀਰ ਤਾਣ ਰੱਖੇ ਹਨ। ਜਦੋਂ ਨੀਹਾਂ ਹੀ ਬੈਠ ਜਾਣ ਤਾਂ ਭਲੇ ਲੋਕ ਕੀ ਕਰ ਸਕਦੇ ਹਨ? ਪ੍ਰਭੂ ਆਪਣੇ ਪਵਿੱਤਰ ਮੰਦਰ ਵਿੱਚ ਹੈ, ਉਸ ਦਾ ਸਿੰਘਾਸਨ ਸਵਰਗ ਵਿੱਚ ਹੈ। ਉਹ ਮਾਨਵ ਜਾਤੀ ਨੂੰ ਬੜੀ ਧਿਆਨ ਨਾਲ ਦੇਖਦਾ ਹੈ। ਪ੍ਰਭੂ ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ। ਉਹ ਹਿੰਸਾ ਪ੍ਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ। ਪ੍ਰਭੂ ਦੁਸ਼ਟਾਂ ਉੱਤੇ ਅੰਗਾਰਾਂ ਅਤੇ ਗੰਧਕ ਦਾ ਮੀਂਹ ਵਰ੍ਹਾਵੇਗਾ। ਝੁਲਸਾ ਦੇਣ ਵਾਲੀ ਅੱਗ ਦੁਸ਼ਟਾਂ ਦਾ ਹਿੱਸਾ ਹੋਵੇਗੀ। ਪ੍ਰਭੂ ਭਲਾ ਹੈ, ਉਹ ਭਲਿਆਂ ਦੇ ਕੰਮ ਪਸੰਦ ਕਰਦਾ ਹੈ। ਭਲੇ ਲੋਕ ਪ੍ਰਭੂ ਦਾ ਦਰਸ਼ਨ ਕਰਨਗੇ।
ਆਮੀਨ। ਇਸ ਵੇਲੇ ਦਾਊਦ ਜਿਹੜੇ ਇਹ ਭਜਨ ਗਾ ਰਿਹਾ ਔਰ ਉਹਨਾਂ ਨੂੰ ਜਿਹੜੇ ਲੋਕ ਸੁਣਦੇ ਪਏ ਆ ਉਹ ਦੁਖੀ ਲੋਕ ਆ ਜਿਹੜੇ ਦਾਊਦ ਕੋ ਪਹੁੰਚ ਗਏ ਔਰ ਉਹ ਵੀ ਉਸ ਦੇ ਨਾਲ ਗੁਫਾਵਾਂ ਦੇ ਵਿੱਚ ਛੁਪੇ ਹੋ। ਖਾਣਾ ਕਿੱਥੋਂ ਆ ਰਿਹਾ ਅਸੀਂ ਕੱਲ ਨੂੰ ਉਹ ਚੀਜ਼ਾਂ ਦੇਖਾਂਗੇ, ਕਿਉਂਕਿ ਇਹਨਾਂ ਨੇ ਲੋਕਾਂ ਦੀ ਬੜੀ ਮਦਦ ਕਰਨੀ ਹੈ। ਸੋ ਅਸੀਂ ਜਿਸ ਵੇਲੇ 22ਵਾਂ ਚੈਪਟਰ ਪੜ੍ਹਿਆ ਸੀ ਤੇ ਇਸ ਜ਼ਬੂਰ ਨੂੰ ਅਸੀਂ ਜਿੱਥੇ ਵਿਰੋਧੀਆਂ ਦਾ ਕਤਲ ਕੀਤਾ ਗਿਆ, ਅਸੀਂ ਉਸ ਦੇ ਨਾਲ ਬੇਸਿਕਲੀ ਇਸ ਨੂੰ 429 ਪੰਨਾ ਇਹ ਹੈ 22ਵਾਂ ਭਾਗ। ਸੋ 20ਵੀਂ ਆਇਤ ਤੋਂ ਪਹਿਲਾਂ ਜਿਹੜੀ ਥੋੜੀ ਜਿਹੀ ਜਗ੍ਹਾ ਆ ਉੱਥੇ ਤੁਸੀਂ ਲਿਖ ਸਕਦੇ ਹੋ ਜ਼ਬੂਰ 11 ਸਾਮ 11। ਕਿਉਂਕਿ ਇਸ ਤੋਂ ਬਾਅਦ ਅਹੀਮਲਕ ਦਾ ਜਿਹੜਾ ਇੱਕ ਪੁੱਤਰ ਬਚ ਗਿਆ ਸੀ ਦਾਊਦ ਨੇ, ਉਸ ਦੇ ਲਈ ਇਹ ਜ਼ਰੂਰ ਦੱਸਿਆ ਕਿ ਪ੍ਰਭੂ ਸਾਡੇ ਤੇ ਰਹਿਮ ਕਰੇਗਾ। ਪੰਨਾ 429 20 ਆਇਤ ਤੋਂ ਪਹਿਲਾਂ ਲਿਖ ਲਓ ਜ਼ਬੂਰ 11। ਸੋ ਅਗਲੀ ਵਾਰੀ ਜਿਸਲੇ ਤੁਸੀਂ ਪੜੋਗੇ ਤੇ ਇਹਨਾਂ ਜ਼ਬੂਰਾਂ ਨੂੰ ਨਾ ਤੁਹਾਨੂੰ ਮੌਕਾ ਦੇ ਤਾਂ ਫਸਟ ਐਂਡ ਸੈਕੰਡ ਸੈਮੂਅਲ ਪੜਿਓ ਔਰ ਪਹਿਲਾ ਰਾਜੇ ਦੇ ਪਹਿਲੇ 2 ਚੈਪਟਰ ਤੱਕ ਜੋ ਇਸ ਦੀ ਜ਼ਿੰਦਗੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਕਹਾਵਤਾਂ ਸ਼ੁਰੂ ਹੋ ਜਾਂਦੀਆਂ, ਸ੍ਰੇਸ਼ਟ ਗੀਤ ਸ਼ੁਰੂ ਹੋ ਜਾਂਦੇ ਆ ਔਰ ਸਾਰਾ ਜਿਹੜਾ ਵਿਜ਼ਡਮ ਲਿਟਰੇਚਰ ਉਸ ਤੋਂ ਅੱਗੇ ਸ਼ੁਰੂ ਹੋ ਜਾਂਦਾ। ਸੋ ਜ਼ਬੂਰ 11 ਇੱਥੇ ਤੱਕ। ਕੋਈ ਜਣਾ ਸਾਮ 59 ਪੜ੍ਹੇ, ਉਸ ਦੀ 1 ਤੋਂ 17 ਆਇਤ ਤੱਕ। ਹਾਂਜੀ, ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਹੇ ਪਰਮੇਸ਼ਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ ਅਤੇ ਮੇਰੇ ਵਿਰੋਧੀਆਂ ਤੋਂ ਮੇਰਾ ਬਚਾ ਕਰ। ਤੂੰ ਬੁਰਿਆਂ ਤੋਂ ਮੈਨੂੰ ਛੁਟਕਾਰਾ ਦੇ ਅਤੇ ਕਾਤਲਾਂ ਤੋਂ ਮੇਰੀ ਰੱਖਿਆ ਕਰ। ਹੇ ਪ੍ਰਭੂ, ਉਹ ਮੇਰੀ ਜਾਨ ਦੇ ਪਿੱਛੇ ਪਏ ਹਨ। ਜ਼ਾਲਮ ਲੋਕ ਮੇਰੇ ਵਿਰੁੱਧ ਇਕੱਠੇ ਹੋਏ ਹਨ। ਬੇਸ਼ੱਕ ਮੈਂ ਕੋਈ ਅਪਰਾਧ ਵੀ ਨਹੀਂ ਕੀਤਾ ਅਤੇ ਨਾ ਹੀ ਮੈਂ ਕੋਈ ਪਾਪ ਕੀਤਾ ਹੈ, ਬਿਨਾਂ ਕਾਰਨ ਹੀ ਮੇਰੇ ਨਾਲ ਉਹ ਲੜਨ ਦੇ ਲਈ ਤਿਆਰ ਹਨ। ਹੇ ਪ੍ਰਭੂ, ਤੂੰ ਦੇਖ ਅਤੇ ਮੇਰੀ ਮਦਦ ਕਰ। ਹੇ ਸੈਨਾਵਾਂ ਦੇ ਪਰਮੇਸ਼ਰ, ਤੂੰ ਇਸਰਾਏਲ ਦਾ ਪਰਮੇਸ਼ਰ ਹੈ। ਤੂੰ ਉੱਠ ਅਤੇ ਕੌਮਾਂ ਨੂੰ ਸਜਾ ਦੇ। ਉਹ ਬੁਰੀਆਂ ਚਾਲਾਂ ਸੋਚਦੇ ਹਨ। ਉਹ ਸਾਂਝ ਵੇਲੇ ਮੁੜਦੇ ਹਨ ਅਤੇ ਅਵਾਰਾ ਕੁੱਤੇ ਦੀ ਤਰ੍ਹਾਂ ਫਿਰਦੇ ਹਨ। ਉਹ ਸਾਰੇ ਸ਼ਹਿਰ ਦੇ ਚੱਕਰ ਕੱਟਦੇ ਹਨ। ਦੇਖ, ਉਹ ਆਪਣੇ ਮੂੰਹ ਨਾਲ ਫੜਾ ਮਾਰਦੇ ਹਨ। ਉਹਨਾਂ ਦੀਆਂ ਜੀਭਾਂ ਤਲਵਾਰ ਦੀ ਤਰ੍ਹਾਂ ਚੱਲਦੀਆਂ ਹਨ। ਉਹ ਕਹਿੰਦੇ ਹਨ, ਕੌਣ ਸੁਣਦਾ ਹੈ? ਪਰ ਪ੍ਰਭੂ, ਤੂੰ ਉਹਨਾਂ ਤੇ ਹੱਸਦਾ ਹੈ ਅਤੇ ਉਹਨਾਂ ਸਭ ਦੇ ਕੰਮਾਂ ਨੂੰ ਠੱਠੇ ਕਰਦਾ ਹੈ। ਤੇਰੇ ਬਲ ਤੇ ਮੈਨੂੰ ਭਰੋਸਾ ਹੈ। ਪਰਮੇਸ਼ਰ, ਤੂੰ ਹੀ ਮੇਰਾ ਕਿਲਾ ਹੈ। ਪਰਮੇਸ਼ਰ ਆਪਣੀ ਦਇਆ ਮੇਰੇ ਤੇ ਕਰੇਗਾ। ਉਹ ਮੈਨੂੰ ਆਪਣੇ ਵਿਰੋਧੀਆਂ ਨੂੰ ਹਾਰਦੇ ਦੇਖਣ ਦੇਵੇਗਾ। ਹੇ ਪ੍ਰਭੂ, ਸਾਡੀ ਢਾਲ, ਤੂੰ ਉਹਨਾਂ ਨੂੰ ਜਾਨੋਂ ਨਾ ਮਾਰਨਾ, ਨਹੀਂ ਤਾਂ ਮੇਰੇ ਲੋਕ ਭੁੱਲ ਸਕਦੇ ਹਨ। ਸਗੋਂ ਤੂੰ ਉਹਨਾਂ ਨੂੰ ਆਪਣੇ ਬਲ ਨਾਲ ਖਿੰਡਾ ਬਣਾ ਦੇ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ। ਉਹ ਆਪਣੇ ਮੂੰਹ ਦੇ ਸ਼ਬਦਾਂ ਅਤੇ ਪਾਪ ਦੇ ਕਾਰਨ, ਆਪਣੇ ਦਿੱਤੇ ਸਰਾਪ ਅਤੇ ਝੂਠ ਦੇ ਕਾਰਨ ਉਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ। ਤੂੰ ਉਹਨਾਂ ਨੂੰ ਕ੍ਰੋਧ ਨਾਲ ਨਾਸ਼ ਕਰ ਦੇ। ਤੂੰ ਉਹਨਾਂ ਨੂੰ ਪੂਰਨ ਤਬਾਹ ਕਰ ਦੇ। ਤਦ ਸਭ ਲੋਕ ਜਾਣਨਗੇ ਕਿ ਤੂੰ ਆਪਣੇ ਲੋਕਾਂ ਵਿਚਕਾਰ ਰਾਜ ਕਰਦਾ ਹੈ ਅਤੇ ਤੇਰਾ ਰਾਜ ਸਭ ਧਰਤੀ ਤੇ ਹੈ। ਉਹ ਸਾਂਝ ਵੇਲੇ ਮੁੜਦੇ ਹਨ ਅਤੇ ਅਵਾਰਾ ਕੁੱਤੇ ਦੀ ਤਰ੍ਹਾਂ ਫਿਰਦੇ ਹਨ। ਉਹ ਸਾਰੇ ਸ਼ਹਿਰ ਦੇ ਚੱਕਰ ਕੱਟਦੇ ਹਨ। ਉਹ ਭੋਜਨ ਦੇ ਲਈ ਭਟਕਦੇ ਫਿਰਦੇ ਹਨ ਅਤੇ ਤ੍ਰਿਪਤ ਨਾ ਹੋਣ ਤੇ ਸਾਰੀ ਰਾਤ ਠਹਿਰ ਨਹੀਂ ਸਕਦੇ। ਪਰ ਮੈਂ ਤੇਰੇ ਬਲ ਦੇ ਲਈ ਤੇਰੀ ਵਡਿਆਈ ਕਰਾਂਗਾ। ਹਾਂ, ਅੰਮ੍ਰਿਤ ਵੇਲੇ ਤੇਰੀ ਦਇਆ ਦੀ ਮਹਿਮਾ ਕਰਾਂਗਾ, ਕਿਉਂਕਿ ਤੂੰ ਮੇਰਾ ਸੁਰੱਖਿਅਤ ਕਿਲਾ ਅਤੇ ਮੇਰੇ ਦੁੱਖ ਸਮੇਂ ਮੇਰੇ ਸ਼ਰਨ ਲੈਣ ਦੀ ਥਾਂ ਰਿਹਾ ਹੈ। ਹੇ ਮੇਰੇ ਬਲ, ਮੈਂ ਤੇਰੀ ਵਡਿਆਈ ਕਰਾਂਗਾ। ਪਰਮੇਸ਼ਰ ਮੇਰਾ ਉੱਚਾ ਬੁਰਜ ਹੈ, ਉਹ ਮੇਰੇ ਤੇ ਦਇਆ ਕਰਦਾ ਹੈ। ਆਮੀਨ। ਹੁਣ ਇਹਨਾਂ ਜ਼ਬੂਰਾਂ ਦੀ ਦੇਖੋ ਕਿੱਦਾਂ ਸਮਝ ਆਉਂਦੀ। ਇਹਨਾਂ ਨੂੰ ਖੋਲ ਕੇ ਦੇਖਣ ਦੀ ਵੀ ਲੋੜ ਨਹੀਂ ਪੈ ਰਹੀ, ਜਿਸ ਲਈ ਅਸੀਂ ਨਾਲ ਪ੍ਰਭੂ ਦੇ ਬੰਦੇ ਦੀ ਜ਼ਿੰਦਗੀ ਦੇਖਦੇ ਪਏ ਹਾਂ ਤੇ ਜ਼ਬੂਰ ਆਪਣੇ ਆਪ ਹੀ ਖੋਲਦੇ ਜਾ ਰਹੇ, ਕਿੱਦਾਂ ਉਹ ਫੜਾ ਮਾਰਦਾ ਬਿਨਯਾਮੀਨੀਆਂ ਦੇ ਵਿੱਚ ਖੜਿਆ ਹੋ ਕੇ। ਉਹ ਬਿਨਯਾਮੀਨੀਓ ਸੁਣੋ, ਤੁਹਾਨੂੰ ਅੰਗੂਰਾਂ ਦੇ ਬਾਗ ਕਿਹਨੇ ਦੇਣੇ ਸੀ? ਤੁਹਾਨੂੰ ਇਹ ਉੱਚੇ ਉੱਚੇ ਪਦ ਕਿਹਨੇ ਦੇਣੇ ਸੀ? ਉਹ ਤੁਸੀਂ ਮੇਰੇ ਇੱਕ ਨੌਕਰ ਨੂੰ ਇੰਨਾ ਭੂਹੇ ਚੜਾ ਲਿਆ, ਉਸਨੂੰ ਆਪਣੇ ਬਰਾਬਰ ਬਣਾ ਲਿਆ। ਅਹੰਕਾਰ ਦੇਖੋ ਉਸ ਬੰਦੇ ਦਾ।
ਉਸਦੀਆਂ ਫੜਾਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਉਹ ਮਾਰਦਾ ਪਿਆ। ਹਾਲੇ ਉਸਨੂੰ ਪਤਾ ਆ ਕਿ ਪ੍ਰਭੂ ਨੇ ਮੇਰੇ ਤੋਂ ਬਰਕਤ ਚੁੱਕ ਲਈ ਹੈ। ਹਾਲੇ ਉਸਨੂੰ ਪਤਾ ਆ ਕਿ ਦਿਨੇ ਮੈਨੂੰ ਚੈਨ ਨਹੀਂ, ਰਾਤ ਨੂੰ ਮੈਂ ਸੌਂ ਨਹੀਂ ਸਕਦਾ, ਉਹ ਬੁਰੀ ਆਤਮਾ ਮੈਨੂੰ ਸੌਣ ਨਹੀਂ ਦਿੰਦੀ। ਇਹਨਾਂ ਸਭ ਗੱਲਾਂ ਦਾ ਪਤਾ ਹੁੰਦਾ ਪਿਆ। ਉਹ ਪ੍ਰਭੂ ਦੇ ਖਿਲਾਫ ਜੰਗ ਤੇ ਨਿਕਲਿਆ ਹੈ। ਉਹ ਦਾਊਦ ਦੇ ਖਿਲਾਫ ਨਹੀਂ ਨਿਕਲਿਆ ਹੈ, ਉਹ ਪ੍ਰਭੂ ਦੇ ਖਿਲਾਫ ਜੰਗ ਦੇ ਵਿੱਚ ਨਿਕਲਿਆ ਹੈ। ਸੋ ਅਸੀਂ ਇਸ ਜ਼ਬੂਰ ਨੂੰ ਇੱਕ ਜ਼ਬੂਰ ਹੋਰ ਪੜਾਂਗੇ, ਫਿਰ ਅਸੀਂ ਇਹਨਾਂ ਦੋਨਾਂ ਜ਼ਬੂਰਾਂ ਨੂੰ ਇਹਨਾਂ ਦੀ ਸਹੀ ਜਗ੍ਹਾ ਦੇਵਾਂਗੇ। ਸਾਮ 26, ਭਜਨ 26, 1 ਤੋਂ 12, ਸਿਰਫ 12 ਉਸ ਦੀਆਂ ਆਇਤ। ਖਰੇ ਮਨੁੱਖ ਦੀ ਪ੍ਰਾਰਥਨਾ। हे ਪ੍ਰਭੂ ਮੇਰਾ ਨਿਆਂ ਕਰ, ਮੈਂ ਅੱਜ ਤੱਕ ਖਰਾ ਰਿਹਾ ਹਾਂ, ਮੈਂ ਬਿਨਾਂ ਡੋਲਿਆਂ ਤੇਰੇ ਤੇ ਭਰੋਸਾ ਰੱਖਿਆ ਹੈ। हे ਪ੍ਰਭੂ ਮੈਨੂੰ ਦੇਖ ਅਤੇ ਪਰਖ, ਤੂੰ ਮੇਰੇ ਦਿਲ ਅਤੇ ਮਨ ਦੀ ਜਾਂਚ ਕਰ। ਤੇਰੀ ਦਇਆ ਮੇਰੇ ਨਾਲ ਹੈ, ਮੈਂ ਤੇਰੀ ਸੱਚਾਈ ਤੇ ਚੱਲਦਾ ਹਾਂ। ਮੈਂ ਨਿਕੰਮਿਆਂ ਦੇ ਨਾਲ ਨਹੀਂ ਬਹਿੰਦਾ ਅਤੇ ਨਾ ਹੀ ਕਪਟੀਆਂ ਦਾ ਸਾਥ ਦਿੰਦਾ ਹਾਂ। ਮੈਂ ਬੁਰਿਆਂ ਦੀ ਸੰਗਤ ਤੋਂ ਘਿਰਣਾ ਕਰਦਾ ਹਾਂ, ਮੈਂ ਦੁਸ਼ਟਾਂ ਦੇ ਨਾਲ ਨਹੀਂ ਬੈਠਦਾ ਹਾਂ। हे ਪ੍ਰਭੂ ਮੈਂ ਆਪਣੇ ਹੱਥਾਂ ਨੂੰ ਨਿਸ਼ਕਪਟਤਾ ਵਿੱਚ ਧੋਵਾਂਗਾ, ਤਾਂ ਜੋ ਮੈਂ ਤੇਰੀ ਵੇਦੀ ਦੇ ਸਾਹਮਣੇ ਜਾ ਸਕਾਂ। ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਦਾ ਗੀਤ ਗਾਵਾਂਗਾ, ਮੈਂ ਤੇਰੇ ਅਦਭੁਤ ਕੰਮਾਂ ਦਾ ਐਲਾਨ ਕਰਾਂਗਾ। हे ਪ੍ਰਭੂ ਮੈਨੂੰ ਤੇਰੇ ਰਹਿਣ ਦੀ ਥਾਂ ਪਸੰਦ ਹੈ, ਮੈਨੂੰ ਤੇਰੀ ਮਹਿਮਾ ਵਾਲੀ ਵਾਸ ਦੀ ਥਾਂ ਨਾਲ ਪਿਆਰ ਹੈ। ਮੇਰੀ ਤੂੰ ਪਾਪੀਆਂ ਵਿੱਚ ਗਿਣਤੀ ਨਾ ਕਰ, ਨਾ ਹੀ ਮੈਨੂੰ ਕਾਤਲਾਂ ਦੇ ਵਿੱਚ ਗਿਣ, ਜਿਨ੍ਹਾਂ ਦੇ ਮਨ ਹਮੇਸ਼ਾ ਕਪਟ ਨਾਲ ਭਰੇ ਰਹਿੰਦੇ ਹਨ, ਜੋ ਹਮੇਸ਼ਾ ਵੱਡੀ ਲੈਣ ਲਈ ਤਿਆਰ ਰਹਿੰਦੇ ਹਨ। ਪਰ ਮੈਂ ਤਾਂ ਆਪਣੇ ਖਰੇ ਪੰਥ ਤੇ ਚੱਲਾਂਗਾ। हे ਪ੍ਰਭੂ ਮੈਨੂੰ ਕਿਰਪਾ ਕਰਕੇ ਛੁਟਕਾਰਾ ਦੇ, ਮੇਰੇ ਪੈਰ ਤਾਂ ਪੱਕੀ ਥਾਂ ਤੇ ਖੜੇ ਹਨ, ਮੈਂ ਸੰਗਤਾਂ ਵਿੱਚ ਪ੍ਰਭੂ ਨੂੰ ਧੰਨ ਕਹਾਂਗਾ। ਆਮੀਨ। ਜਿਸ ਵੇਲੇ ਯੋਨਾਥਨ ਤੇ ਦਾਊਦ ਆਪਸ ਦੇ ਵਿੱਚ ਗੱਲ ਕਰਦੇ ਪਏ ਆ, ਔਰ ਅਸੀਂ ਜਿਹੜਾ ਇਹ ਜਿਹੜਾ ਜ਼ਬੂਰ ਆ 20ਵਾਂ ਭਾਵ ਤੀਸਰੀ ਤੇ ਚੌਥੀ ਆਇਤ ਦੇ ਵਿੱਚ ਜਿਹੜੀ ਥੋੜੀ ਜਿਹੀ ਜਗ੍ਹਾ ਆ, ਉੱਥੇ ਤੁਸੀਂ ਜ਼ਬੂਰ 26 ਜਿਹੜਾ ਉਸ ਨੂੰ, ਕਿਉਂਕਿ ਉਹ ਬੇਸਿਕਲੀ ਬੜੀ ਉਸ ਦਿਲ ਦੀ ਪੁਕਾਰ ਆ, ਮੈਂ ਕੀ ਕੀਤਾ ਉਸ ਦੇ ਖਿਲਾਫ, ਮੈਂ ਤੇਰੇ ਬਾਪ ਦੇ ਖਿਲਾਫ ਕੀਤਾ ਕੀ ਜਿਹੜਾ ਉਹ ਮੈਨੂੰ ਮਾਰਨ ਦੇ ਪਿੱਛੇ ਪਿਆ। ਠੀਕ, ਉਸਨੇ ਅਗਰ ਉਹ ਚਾਹੁੰਦਾ, ਜਿਸ ਲਈ ਪ੍ਰਭੂ ਨੇ ਉਸਦੇ ਸਿਰ ਦੇ ਉੱਤੇ ਹੱਥ ਰੱਖਿਆ ਸੀ, ਲੋਕ ਉਸਦੇ ਨਾਲ ਸੀ, ਲੋਕ ਤਾਂ ਉਸ ਵੇਲੇ ਨਾਰੇ ਮਾਰਦੇ ਪਏ ਸੀ, ਇਸਨੇ 10,000 ਕੀਤਾ। ਉਹ ਤਾਂ ਜਿਸ ਲਈ ਉਹਨੇ ਪਹਿਲੀ ਵਾਰੀ ਆਪਣਾ ਬਰਛਾ ਉੱਤੇ ਸੁੱਟਿਆ, he could do anything, ਕਿਉਂਕਿ ਸਾਰੀ ਫੌਜ ਉਸਦੀ ਸੁਣ ਕੇ, ਲੇਕਿਨ ਉਸਨੂੰ ਆਪਣੇ ਹੱਥ ਦੇ ਨਾਲ ਨਹੀਂ ਮਾਰਨਾ, ਬਿਲਕੁਲ ਨਹੀਂ। ਔਰ ਉਹ ਉਹਨਾਂ ਦੇ ਲਈ ਦੁਆਵਾਂ ਵੀ ਕਰਦਾ ਪਿਆ, ਜਿਹੜਾ ਅਸੀਂ ਪਿਛਲਾ ਜ਼ਰੂਰ ਉਹਨਾਂ ਨੂੰ ਮਾਰੀ, ਖੰਡਾ ਕੇ ਪਰ ਮਾਰੀ। ਹਾਂ, ਉਹਨਾਂ ਚ ਜਿਹੜੇ ਦੁਸ਼ਟ ਆ ਉਹਨਾਂ ਨੂੰ ਬਚਾ, ਬਿਨਯਾਮੀਨੀਆਂ ਦੇ ਲਈ ਉਹ ਦੁਆ ਕਰਦਾ ਪਿਆ, ਪਰ ਉਹ ਕਹਿ ਰਿਹਾ, ਉਹ ਬਿਨਯਾਮੀਨੀਓ ਤੁਸੀਂ ਮੇਰੀ ਸੁਣੀ ਨਹੀਂ, ਤੁਸੀਂ ਆ ਨਹੀਂ। ਸੋ ਸਾਮ ਜਿਹੜਾ ਅਸੀਂ 59 ਪੜਿਆ, 26 ਪੜਿਆ, ਇਸ ਦੀ 1 ਤੋਂ ਲੈ ਕੇ 12 ਆਇਤ ਜਿਹੜੀ ਹੈਗੀ ਆ, ਇੱਥੇ ਜਿਹੜੀ ਜਿਸ ਲਈ ਉਹ ਯੋਨਾਥਨ ਦੇ ਨਾਲ ਗੱਲਬਾਤ ਕਰਦਾ ਪਿਆ। ਸੋ 3 ਜਾਂ 4 ਆਇਤ ਤੇ ਗੱਭੇ ਜਿਹੜੀ ਜਗ੍ਹਾ ਆ, ਉੱਥੇ ਤੁਸੀਂ ਇਸਨੂੰ ਲਿਖ ਸਕਦੇ ਆ, ਔਰ ਉਸ ਵੇਲੇ ਵੀ ਲਿਖ ਸਕਦੇ ਆ ਜਿਸ ਵੇਲੇ ਉਹ ਪੱਥਰਾਂ ਦੇ ਪਿੱਛੇ ਲੁਕਿਆ ਆ ਔਰ ਬੇਸਿਕਲੀ ਦੁਆਈ ਕਰ ਰਿਹਾ ਹੋਗਾ, ਰਾਈਟ, ਉੱਥੇ ਵੀ ਲਿਖ ਸਕਦੇ ਆ। ਸਾਮ 59 ਜਿਹੜਾ ਆ, ਇਹ ਬੇਸਿਕਲੀ ਅਸੀਂ ਜਿਹੜੀ 21ਵਾਂ ਭਾਵ ਪੜਿਆ ਸੀਗਾ, ਉੱਥੇ ਉਹ ਕੱਲਾ ਸੀ ਹਾਲੇ। ਸੋ ਸਾਮ 59 ਜਿਹੜਾ ਉਹ 21 ਤੇ 22 ਚੈਪਟਰ ਦੇ ਗੱਭੇ ਵਿਰੋਧੀਆਂ ਨੂੰ ਕਤਲ ਕੀਤੇ ਜਾਣ ਤੋਂ ਪਹਿਲਾਂ ਜਿਹੜਾ ਉਹਦੀ ਜਗ੍ਹਾ ਉੱਥੇ ਸੀ। ਤਾਂ ਕਿ ਨੈਕਸਟ ਟਾਈਮ ਜਿਸ ਤੁਸੀਂ ਸੈਮੂਅਲ, 1 ਸੈਮੂਅਲ, 2 ਸੈਮੂਅਲ ਪੜੋ ਤੇ ਇਹ ਬਿਲਕੁਲ ਜਿਹੜੇ ਜ਼ਬੂਰ ਆ ਐਨ ਕਲਿੱਕ ਕਰਕੇ ਫਿੱਟ ਹੋਣਗੇ, ਔਰ ਇਸ ਦੇ ਨਾਲ ਬੜੀ ਪ੍ਰਭੂ ਦੀ ਬਰਕਤ ਹੁੰਦੀ। ਸੋ ਅਸੀਂ ਦਾਊਦ ਦੀ ਜ਼ਿੰਦਗੀ ਤੇ ਦਾਊਦ ਦੀਆਂ ਲਿਖਤਾਂ ਜੋ ਪ੍ਰਭੂ ਨੇ ਉਸਨੂੰ ਦਿੱਤੀਆਂ, ਉਸ ਦੀਆਂ ਦੁਆਵਾਂ, ਉਸ ਦਾ ਪ੍ਰਭੂ ਦੇ ਨਾਲ ਹਿਰਖ,
ਤਾਂ ਪ੍ਰਭੂ ਦੇ ਨਾਲ ਹਿਰਖ ਵੀ ਕਰਦਾ ਸਾਰਾ। ਸਾਨੂੰ ਸਿਖਾਏਗਾ ਕਿ ਅਸੀਂ ਕਿੱਦਾਂ ਪ੍ਰਭੂ ਦੇ ਨਾਲ ਗੱਲਬਾਤ ਕਰ ਸਕਦੇ। ਇਹ ਜ਼ਬੂਰ ਗੱਲਬਾਤ ਆ, ਉਸ ਰਿਸ਼ਤਾ ਹੈ ਪ੍ਰਭੂ ਦੇ ਨਾਲ। ਕੁਛ ਇੱਕ ਜ਼ਬੂਰ ਜਿਹੜਾ ਜ਼ਬੂਰ ਆ, ਜਿਹੜੇ ਉਸਤਤ ਦੇ ਜ਼ਬੂਰ ਆ, ਜਿਹੜੇ ਸਾਰੀ ਸੰਗਤ ਦੇ ਸਾਹਮਣੇ ਉਹ ਗਾ ਕੇ ਮਿਲ ਕੇ ਗਾ ਰਹੇ। ਪਰ ਕੁਛ ਇੱਕ ਜ਼ਬੂਰ ਐਸੇ ਆ ਜੋ ਉਸਦੀ ਆਪਣੀ ਜ਼ਿੰਦਗੀ ਪ੍ਰਭੂ ਦੇ ਨਾਲ ਕਰੇ। ਖੁਦਾਵੰਦ ਤੁਹਾਨੂੰ ਵੀ ਜ਼ਬੂਰ ਦਾ ਹੈ, ਸਾਨੂੰ ਵੀ ਜ਼ਬੂਰ ਦਾ ਹੈ, ਨਵੇਂ ਜ਼ਬੂਰ ਦਾ ਗੀਤ ਦਾ, ਤਾਂ ਕਿ ਅਸੀਂ ਵੀ ਇਸੇ ਤਰ੍ਹਾਂ ਪ੍ਰਭੂ ਦੀ ਉਸਤਤ ਆਪਣੀ ਜ਼ਿੰਦਗੀ ਨੂੰ ਦੇਖਦਿਆਂ ਹੋਇਆ ਕਰੀਏ। ਜਦ ਅਸੀਂ ਡਿੱਗੇ ਹੋਵਾਂ ਤਾਂ ਉਸ ਵੇਲੇ ਉਸਦੀ ਰਹਿਮ ਮੰਗੀਏ, ਇਸ ਲਈ ਉੱਠੇ ਹੋਵਾਂ ਤਾਂ ਉਸ ਲਈ ਉਸਦੀ ਸ਼ੁਕਰਗੁਜ਼ਾਰੀ ਦੇ ਜ਼ਬੂਰ ਕਰੀਏ। Let us pray। ਹੁਣ ਅਸੀਂ ਟਿਊਜ਼ਡੇ ਨੂੰ ਮਿਲਾਂਗੇ। ਟਿਊਜ਼ਡੇ ਨੂੰ ਅਸੀਂ ਟਿਊਜ਼ਡੇ ਤੋਂ ਲੈ ਕੇ ਬੇਸਿਕਲੀ ਅਗਲੇ ਸੰਡੇ ਤੱਕ ਅਸੀਂ ਜਿਹੜੀ ਬਾਕੀ ਦਾ ਇਸ ਦੇ 7 ਸਾਲ ਆ ਜ਼ਿੰਦਗੀ ਦੇ ਉਹਨਾਂ ਨੂੰ ਦੇਖਾਂਗੇ। ਉਸ ਤੋਂ ਬਾਅਦ ਦਾਊਦ ਦਾ ਰਾਜ ਦੇਖਾਂਗੇ, ਪ੍ਰਭੂ ਨੇ ਜਿਹੜਾ ਉਸ ਨੂੰ ਰਾਜ ਬਖਸ਼ਿਆ, ਰਾਜਾ ਬਣਾਇਆ, ਉਹਨਾਂ ਨੂੰ ਦੇਖਾਂਗੇ। Let us pray। ਆਓ ਪ੍ਰਭੂ ਜੀ, ਇਹ ਦੁਆਵਾਂ ਜੋ ਤੇਰੇ ਬੰਦੇ ਨੇ ਕੀਤੀਆਂ, ਜੋ ਉਸਦਾ ਦਿਲ ਦੇ ਵਿੱਚੋਂ ਪ੍ਰਭੂ ਜੀ ਲਹੂ ਦੇ ਅਥਰੂ ਆ ਜੋ ਡਿੱਗਦੇ ਪਏ ਤੇਰੇ ਚਰਨਾਂ ਦੇ ਵਿੱਚ, ਉਸਦਾ ਹਿਰਖ ਜੋ ਤੇਰੇ ਨਾਲ ਕਰਦਾ ਪਿਆ, ਖੁਦਾਵੰਦ ਸੱਚਮੁੱਚ ਇਹੋ ਹੀ ਗੱਲਬਾਤ ਆ ਜੋ ਪ੍ਰਭੂ ਸਾਡੇ ਤੋਂ ਚਾਹੁੰਦਾ। ਇਸ ਤਰ੍ਹਾਂ ਦਾ ਰਿਸ਼ਤਾ ਪ੍ਰਭੂ ਸਾਡੇ ਤੋਂ ਚਾਹੁੰਦਾ। ਸਾਨੂੰ ਪ੍ਰਭੂ ਜੀ ਆਪਣੇ ਨਜ਼ਦੀਕ ਜਾਣਾ ਸਿਖਾਓ, ਔਰ ਇਹ ਦਾਊਦ ਦੀ ਜ਼ਿੰਦਗੀ ਤੋਂ, ਸੁਲੇਮਾਨ ਦੀ ਜ਼ਿੰਦਗੀ ਤੋਂ ਪ੍ਰਭੂ ਜੀ ਸਾਨੂੰ ਤੂੰ ਸਿਖਾਈ ਕਿ ਤੇਰੀ ਹਜ਼ੂਰੀ ਦੇ ਲਾਗੇ ਕਿਸ ਤਰ੍ਹਾਂ ਜਾਇਆ ਜਾਂਦਾ, ਤਾਂ ਕਿ ਅਸੀਂ ਆਪਣੇ ਰਿਸ਼ਤੇ ਨੂੰ ਪ੍ਰਭੂ ਜੀ ਤੇਰੇ ਵਿੱਚ ਪੱਕਾ ਕਰ ਸਕੀਏ। ਆਪਣੇ ਬਾਪ ਦੇ ਕੋਲ ਜਾਈਏ, ਆਪਣੇ ਬਾਪ ਦੇ ਕੋਲ ਪ੍ਰਭੂ ਜੀ। ਮੈਂ ਆਪਣੇ ਭੈਣ ਭਰਾਵਾਂ ਦੇ ਲਈ, ਇਹਨਾਂ ਦੇ ਖਾਨਦਾਨਾਂ ਦੇ ਲਈ, ਆਪਣੇ ਲਈ ਦੁਆ ਕਰ। ਸਰੀਰਕ ਤੰਦਰੁਸਤੀ ਪ੍ਰਭੂ ਜੀ ਮੈਂ ਤੇਰਾ ਸ਼ੁਕਰ ਕਰਦਾ, ਜੋ ਡਾਕਟਰ ਨੇ ਖੁਦਾਵੰਦ ਜੋ ਪ੍ਰੋਬਲਮ ਉਸਨੂੰ ਲੱਭਿਆ, ਇਹ ਤੇਰੀ ਕਿਰਪਾ ਦੇ ਕਾਰਨ। ਸੋ ਪ੍ਰਭੂ ਜੀ ਇਸੇ ਤਰ੍ਹਾਂ ਮੈਨੂੰ ਵੀ ਤੰਦਰੁਸਤੀ ਦੇ, ਮੇਰੇ ਭੈਣ ਭਰਾਵਾਂ ਨੂੰ ਵੀ ਤੰਦਰੁਸਤੀ ਦੇ। ਪ੍ਰਭੂ ਜੀ ਮੈਨੂੰ ਵੀ ਤੂੰ ਆਪਣੀ ਕਿਰਪਾ ਔਰ ਸੰਭਾਲ ਦੇ ਵਿੱਚ ਰੱਖ, ਔਰ ਮੇਰੇ ਭੈਣ ਭਰਾਵਾਂ, ਮੇਰੀ ਔਲਾਦ ਨੂੰ ਵੀ, ਪ੍ਰਭੂ ਜੀ ਮੇਰੇ ਭੈਣ ਭਰਾਵਾਂ ਦੀ ਔਲਾਦ ਨੂੰ ਵੀ ਤੂੰ ਆਪਣੇ ਰਸਤੇ ਤੇ, ਜਿਨ੍ਹਾਂ ਦੇ ਰਸਤੇ ਪ੍ਰਭੂ ਜੀ ਉਖੜ ਗਏ, ਉਹਨਾਂ ਨੂੰ ਵਾਪਸ ਲੈ ਕੇ ਆ, ਤਾਂ ਕਿ ਮੇਰੇ ਭੈਣ ਭਰਾਵਾਂ ਦੇ ਔਰ ਸਾਡੇ ਵਿੱਚ ਪ੍ਰਭੂ ਜੀ ਅਸੀਂ ਘਰਾਨਾ ਆ, ਸਭ ਬੱਚੇ ਸਾਡੇ ਸਾਂਝੇ ਆ ਖੁਦਾਵੰਦ, ਦਿਲ ਨੂੰ ਦੁੱਖ ਹੁੰਦਾ, ਤਾਂ ਕਿ ਅਸੀਂ ਸਭ ਮਿਲ ਕੇ ਦਾਊਦ ਦੇ ਵਾਂਗ ਖੁਸ਼ੀਆਂ ਮਨਾ ਸਕੀਏ, ਔਰ ਇਸ ਵੇਲੇ ਦਾਊਦ ਦੇ ਵਾਂਗ ਦੁਆ ਕਰ ਸਕੀਏ। ਪਿਆਰੇ ਪ੍ਰਭੂ, ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ, ਸਵਰਗ ਤੋਂ ਤੇਰੀ ਨਿਗਾਹਬਾਨੀ, ਪੈਰਾਂ 'ਚ ਛੋਟਾ ਰਸਤਾ, ਅੰਦਰ ਪਵਿੱਤਰ ਆਤਮਾ ਦੀ ਹਜ਼ੂਰੀ, ਯਿਸੂ ਮਸੀਹ ਦਾ ਸਾਥ ਸਾਡੇ ਸਭ ਦੇ ਨਾਲ। ਤੇਰੀ ਕਿਰਪਾ ਦ੍ਰਿਸ਼ਟੀ ਸਾਡੇ ਸਭ ਤੇ ਬਣੀ ਰਹੇ, ਤੇਰੀ ਦਇਆ, ਤੇਰਾ ਆਰਾਮ, ਤੇਰੀ ਸ਼ਾਂਤੀ ਪ੍ਰਭੂ ਜੀ ਸਾਡੇ ਨਾਲ ਚੱਲੇ, ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ। ਤੇਰੀ ਕਿਰਪਾ, ਤੇਰਾ ਪਿਆਰ ਸਾਨੂੰ ਸੰਭਾਲ ਕੇ ਰੱਖੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਇਹ ਸਭ ਕੁਛ ਮੰਗਦੇ, ਔਰ ਸਾਰੇ ਭੈਣ ਭਰਾ ਕਹਿਣ see you all Tuesday। ਮੰਗਲਵਾਰ ਨੂੰ ਮਿਲਾਂਗੇ, ਔਰ ਅੱਗੇ ਦੇਖਾਂਗੇ ਕਿੰਨਾ ਇੰਟਰਸਟਿੰਗ ਹੈ ਦਾਊਦ ਦੀ ਜ਼ਿੰਦਗੀ, ਕਿਸ ਤਰ੍ਹਾਂ ਪ੍ਰਭੂ ਨੇ ਉਸਨੂੰ ਵੀ ਦੁੱਖਾਂ ਦੇ ਵਿੱਚ ਲੈ ਕੇ ਗਿਆ, ਔਰ ਫਿਰ ਉਸ ਤੋਂ ਅਗਲੇ ਹਫ਼ਤੇ ਦਾਊਦ ਦੀਆਂ ਬਰਕਤਾਂ। Bless you all।